ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝੀਆ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰਜਾਮੀ। ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੈ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮ ਮੰਤਰ ਦ੍ਰਿੜਾਏ ਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਾਇਆ ਸੰਜੋਗ। ਮੂਕ ਉਚ ਰਹਿ ਸਾਸਤਰ ਖਾਟ ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਣੈ ਜਾਉ ਕਾਲ ਕਿਰਪਾ ਕਰਾਏ। ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ
महला पंजवा। घर मह सुख बाहर पुन सुखा। हर सिमरत सागर विनाशे दुखा। सगल सुख जा तू चित आवे। मैं सो नाम जपै सो जो जन तुध पावै। घर मह सुख बाहर पुन सुखा। वाहिगुरु जी का खालसा वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज कलयुग के तारणहारे शब्द गुरु साहिब सतगुरु धन धन श्री गुरु ग्रंथ साहिब महाराज सच्चे पातशाह जी दे पावन पवित्र हजूरी अंदर जुड़ बैठे गुरु खालसा साध संगत जीओ। सतगुरु जी की महान बख्शिश का सदका ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਅੰਮ੍ਰਿਤ ਰੂਪ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। आओ सत संगत जी होर भी कोई समा प्यार सत्कार सहित सतगुरु जी के चरणों में बैठ के लड़ीवार गुरु शब्द की विचार नाल जुड़ के लाहे प्राप्त करिए। धन सतगुरु श्री गुरु अर्जन देव साहिब जी महाराज पावन गुरु शब्द की विचार अंदर उपदेश बख्शिश कर रहे हैं। शरदा भावना सहित गुरु चरणों में बैठ के सरवण करिए। विचार की प्रारंभता तो पहला मन नूं एकाग्र करने लई सरबत संगत आसीस बख्शिश करो। धन श्री गुरु ग्रंथ साहिब महाराज जी नूं शीश झुका के प्यार अदब सहित उच्चारण करो। जी करो रसना पवित्र सतनाम श्री वाहिगुरु साहिब सतनाम श्री वाहिगुरु साहिब जी। सतनाम श्री वाहिगुरु साहिब जी। आसा महला पंजवा। घर मह सुख बाहर पुन सुखा। धन सतगुरु श्री गुरु अर्जन देव साहिब जी महाराज आसा राग अंदर हजूर उपदेश बख्शिश कर रहे हैं। जिन्हां गुरमुखां दे जीवन अंदर परमात्मा ने आत्मिक आनंद बख्शिश किया। जीवन मुक्ति की दात परमात्मा ने बख्शी है। उन्हां दी अवस्था महाराज सच्चे पातशाह जी कथन कर रहे हैं। क्योंकि जो मनुख संसार के अंदर भावें तन करके कहे कि मैनू बहुत संसार भर के सारे सुख प्राप्त हो गए हैं, मैनू कोई भी दुनिया का बंधन नहीं, मैं आज़ाद हाँ, पर मन करके संसार के सुखां रूपी जंजाल दे विच जो जीव परचिया होया वो असल दे विच आज़ाद नहीं हुंदा। भावें उस संसार के अंदर पुण्य दान भी करदा है, चंगे कर्म करने का दावा भी करदा है, जे परमेश्वर का सिमरन नहीं करता वो जानो कि वह भी संसार के जंजाल दे विच जकड़िया होया है। उदाहरण वजों बेनती करा कि जिवें एक मनुख नूं लोहे की जंजीरां दे नाल बन दिता जावे,
ਦੂਜੇ ਪਾਸੇ ਮਨੁੱਖ ਨੂੰ ਸੋਨੇ ਦੀਆਂ ਜੰਜੀਰਾਂ ਦੇ ਨਾਲ ਬੰਨ੍ਹ ਦਿੱਤਾ ਜਾਵੇ, ਹੈ ਤਾਂ ਦੋਵੇਂ ਬੰਧਨ ਰੂਪੀ ਹੈ ਨਾ। ਭਾਵੇਂ ਲੋਹੇ ਦੇ ਬੇੜੀਆਂ ਦੇ ਨਾਲ ਬੱਧਾ ਹੋਇਆ ਜਾਂ ਫਿਰ ਸੋਨੇ ਦੀਆਂ ਬੇੜੀਆਂ ਜੰਜੀਰਾਂ ਦੇ ਵਿੱਚ ਬੱਧਾ ਹੋਇਆ, ਹੈ ਦੋਵੇਂ ਬੰਧਨ ਰੂਪੀ ਹੈ। ਇੱਕ ਮਨੁੱਖ ਪਾਪ ਕਰਮ ਕਰਦਾ, ਉਹ ਲੋਹੇ ਦੀਆਂ ਜੰਜੀਰਾਂ ਦੀ ਤਰ੍ਹਾਂ। ਇੱਕ ਪੁੰਨ ਦਾਨ ਕਰਕੇ ਉਹਦਾ ਹੰਕਾਰ ਕਰਦਾ, ਉਹ ਸਾਧ ਸੰਗਤ ਜੀ ਸੋਨੇ ਦੀ ਜੰਜੀਰਾਂ ਦੀ ਤਰ੍ਹਾਂ ਹੈ। ਭਾਵੇਂ ਕਿ ਜੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ, ਉਹ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ ਕਿ ਮੈਂ ਤਾਂ ਚੰਗੇ ਕਰਮ ਹੀ ਕਰਦਾ, ਮੈਨੂੰ ਗੁਰੂ ਵਾਲਾ ਬਣਨ ਦੀ ਲੋੜ ਨਹੀਂ, ਮੈਨੂੰ ਸਿਮਰਨ ਕਰਨ ਦੀ ਲੋੜ ਨਹੀਂ, ਮੈਂ ਕਿਹੜਾ ਕੋਈ ਸੰਸਾਰ ਦਾ ਨਸ਼ਾ ਪੱਤਾ ਕਰਦਾ। ਇਹ ਸੁਭਾਵਿਕ ਹੀ ਸਾਧ ਸੰਗਤ ਜੀ ਇਸ ਗੱਲ ਦਾ ਅਸੀਂ ਦਾਅਵਾ ਕਰਦੇ ਰਹਿੰਦੇ ਹਾਂ ਕਿ ਸਾਨੂੰ ਗੁਰੂ ਵਾਲੇ ਬਣਨ ਦੀ ਲੋੜ ਨਹੀਂ, ਅਸੀਂ ਤਾਂ ਬਹੁਤ ਦਾਨ ਪੁੰਨ ਕਰਦੇ ਹਾਂ। ਠੀਕ ਹੈ, ਚੰਗੀ ਗੱਲ ਹੈ, ਮਾੜਾ ਕਰਮ ਨਹੀਂ ਹੈ ਦਾਨ ਪੁੰਨ ਕਰਨਾ, ਲੋੜਵੰਦ ਦੀ ਸਹਾਇਤਾ ਕਰ ਦੇਣੀ। ਪਰ ਜੋ ਗੁਰੂ ਘਰ ਦੀ ਮਰਜ਼ਾਦਾ ਹੈ, ਮਨੁੱਖ ਜਦੋਂ ਤੱਕ ਆਪਣੀ ਮਨ ਮਰਜ਼ੀ ਕਰਦਾ, ਕੀਤੇ ਹੋਏ ਭਾਵੇਂ ਪੁੰਨ ਦਾਨ ਕਰਮਾਂ ਦਾ ਫਲ ਵੀ ਜ਼ਰੂਰ ਬਰ ਜ਼ਰੂਰ ਮਿਲਦਾ, ਪਰ ਜੇ ਸਤਿਗੁਰੂ ਜੀ ਦੀ ਸ਼ਰਨ ਨਹੀਂ ਨਾ ਧਾਰਨ ਕਰਦਾ, ਗੁਰੂ ਵਾਲਾ ਨਹੀਂ ਬਣਦਾ, ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ, ਉਦੋਂ ਤੱਕ ਮੁਕਤੀ ਨਹੀਂ ਕਦੇ ਵੀ ਪ੍ਰਾਪਤ ਕਰ ਸਕਦਾ। ਇਹ ਗਰੀਬ ਨਵਾਜ਼ ਸਤਿਗੁਰੂ ਜੀ ਦੇ ਘਰ ਦੀ ਮਰਜ਼ਾਦਾ ਹੈ। ਹਜੂਰ ਜੀਵਨ ਮੁਕਤ ਗੁਰਮੁਖਾਂ ਦਾ ਜੀਵਨ ਕਥਨ ਕਰ ਰਹੇ ਹਨ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਰਾਈ ਮਾਤਰ ਥੋੜ੍ਹਾ ਜਿੰਨਾ ਵੀ ਕੋਈ ਸਾਧ ਸੰਗਤ ਜੀ ਕਿਸੇ ਪ੍ਰਕਾਰ ਦਾ ਕੋਈ ਜੰਜਾਲ ਨਹੀਂ ਪੈਣ ਵਾਲਾ। ਜਿੰਨੇ ਵੀ ਸੰਸਾਰ ਦੀ ਮੋਹ ਮਮਤਾ ਦੇ ਜੰਜਾਲ ਹਨ, ਤਿਨਾਂ ਤੋਂ ਆਜ਼ਾਦ ਹੋ ਕੇ ਗੁਰਮੁਖ ਜਨ ਜੀਵਨ ਨਿਰਵਾਹ ਕਰਦੇ, ਜਿਨ੍ਹਾਂ ਨੂੰ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਉਹ ਭਾਵੇਂ ਸੁੱਖਾਂ ਦੇ ਵਿੱਚ ਜੀਵਨ ਨਿਰਵਾਹ ਕਰਨ, ਭਾਵੇਂ ਦੁੱਖਾਂ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹੋਣ, ਕੇਵਲ ਇੱਕ ਪ੍ਰਮਾਤਮਾ 'ਤੇ ਭਰੋਸਾ ਰੱਖਣਾ ਔਰ ਦੁੱਖਾਂ ਵਿੱਚ ਸੁੱਖਾਂ ਵਿੱਚ ਸਮਾਨ ਬਿਰਤੀ ਰੱਖ ਕੇ ਪ੍ਰਮਾਤਮਾ ਦੀ ਬੰਦਗੀ ਕਰਨੀ, ਐਸਾ ਉਹਨਾਂ ਗੁਰਮੁਖਾਂ ਦੇ ਜੀਵਨ ਦੇ ਹਿੱਸੇ ਆਇਆ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹੈ, ਘਰ ਮਹਿ ਸੂਖ ਬਾਹਰ ਫੁਨ ਸੂਖਾ। ਉਹ ਘਰ ਵਿੱਚ ਰਹਿਣ, ਭਾਵੇਂ ਬਾਹਰ ਸੰਸਾਰ ਦੇ ਕਿਸੇ ਕੋਨੇ 'ਤੇ ਚਲੇ ਜਾਣ, ਸਭ ਥਾਵਾਂ 'ਤੇ ਉਹਨਾਂ ਦੇ ਲਈ ਆਤਮਿਕ ਸੁੱਖ ਹੀ ਸੁੱਖ ਹੈ। ਜਾਂ ਫਿਰ ਘਰ ਮਹਿ ਸੂਖ, ਜੇ ਹਿਰਦੇ ਰੂਪ ਘਰ ਦੇ ਵਿੱਚ ਆਪਣੀ ਚਿੱਤ ਬਿਰਤੀ ਟਿਕਾਉਂਦੇ ਹੈ, ਫਿਰ ਵੀ ਉਹਨਾਂ ਨੂੰ ਹਿਰਦੇ ਦਾ ਆਤਮਿਕ ਸੁੱਖ ਪ੍ਰਾਪਤ ਹੁੰਦਾ ਹੈ। ਅਤੇ ਜੇ ਬਾਹਰ ਮੁਖੀ ਬਿਰਤੀ ਸੰਸਾਰ ਦੇ ਅੰਦਰ ਲੈ ਕਰਕੇ ਵਿਚਰਦੇ ਹੈ, ਹਿਰਦੇ ਦਾ ਆਨੰਦ ਕਦਾਚਿਤ ਵੀ ਉਹਨਾਂ ਦਾ ਸਾਧ ਸੰਗਤ ਜੀ ਮੁੱਕਦਾ ਨਹੀਂ ਹੈ। ਕਿਉਂਕਿ ਬਾਹਰ ਵੀ ਸੁੱਖ ਸਰੂਪ ਪ੍ਰਮਾਤਮਾ ਦੇ ਚਰਨਾਂ ਦਾ ਹੀ ਧਿਆਨ ਧਾਰਨ ਕਰਦੇ ਹਨ। ਜਾਂ ਫਿਰ ਆਪਣਾ ਪਰਾਇਆ ਭਲਾ ਬੁਰਾ ਦੇਖਣਾ, ਇਹ ਉਹਨਾਂ ਦੀ ਦ੍ਰਿਸ਼ਟੀ ਵਿੱਚੋਂ ਮਿਟ ਜਾਂਦਾ, ਖਤਮ ਹੋ ਜਾਂਦਾ। ਜੋ ਗੁਰਮੁਖ ਜਨ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਕਰ ਲੈਂਦੇ ਹਨ, ਉਹ ਹਰ ਇੱਕ ਜੀਵ ਦੇ ਅੰਦਰ, ਭਾਵੇਂ ਕੋਈ ਬੁਰਾ ਹੈ, ਚਾਹੇ ਔਗਣਹਾਰਾ ਹੈ, ਪਾਪੀ ਹੈ, ਪੁੰਨੀ ਹੈ, ਸਭ ਜੀਵਾਂ ਦੇ ਅੰਦਰ ਸਮ ਦ੍ਰਿਸ਼ਟੀ ਦੇ ਨਾਲ ਇੱਕ ਪ੍ਰਮਾਤਮਾ ਦੇ ਪ੍ਰਕਾਸ਼ ਰੂਪ ਨੂੰ ਦੇਖਦੇ ਰਹਿੰਦੇ ਹੈ। ਇਸ ਲਈ ਭਾਵੇਂ ਮਹਾਰਾਜ ਕਹਿੰਦੇ ਉਹ ਘਰ ਦੇ ਵਿੱਚ ਹਨ, ਚਾਹੇ ਬਾਹਰ ਹਨ, ਸਭ ਥਾਵਾਂ 'ਤੇ ਉਹਨਾਂ ਦੇ ਹਿਰਦੇ ਦਾ ਆਨੰਦ ਬਣਿਆ ਰਹਿੰਦਾ। ਸਭ ਥਾਵਾਂ 'ਤੇ ਉਹਨਾਂ ਨੂੰ ਸੁੱਖ ਪ੍ਰਾਪਤ ਹੋਣ ਵਾਲਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਇਹ ਆਤਮਿਕ ਜੀਵਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਜੀਵਨ ਮੁਕਤ ਬਣਾ ਦਿੱਤਾ ਹੈ। ਕੋਈ ਵੀ ਬੰਧਨ, ਭਾਵੇਂ ਕੋਈ ਯਤਨ ਕਰਦਾ ਹੈ, ਕੋਈ ਸੰਸਾਰ ਦੀ ਔਕੜ ਹੈ, ਕੋਈ ਦੁੱਖ ਤਕਲੀਫ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਤਾਂ ਜਿਵੇਂ ਸੰਸਾਰ ਦੇ ਸਾਧ ਸੰਗਤ ਜੀ ਬੜਾ ਵੱਡਾ ਭੈ ਬਣਿਆ ਹੋਇਆ, ਜਿਹੜਾ ਮੌਤ ਦਾ ਭੈ ਹੈ, ਪਰ ਉਹਨਾਂ ਜੀਵਨ ਮੁਕਤ ਪੁਰਖਾਂ ਨੂੰ ਮੌਤ ਦਾ ਭੈ ਵੀ ਸਾਧ ਸੰਗਤ ਜੀ ਪ੍ਰਤੀਤ ਨਹੀਂ ਹੁੰਦਾ। ਥੋੜ੍ਹਾ ਜਿੰਨਾ ਵੀ ਉਹਨਾਂ ਦਾ ਭੈ ਮਨ ਦੇ ਵਿੱਚ ਨਹੀਂ ਆਵਣਾ ਕਰਦਾ। ਇਸ ਲਈ ਹਜੂਰ ਨੇ ਉਚਾਰਨ ਕੀਤਾ, ਘਰ ਮਹਿ ਸੂਖ ਬਾਹਰ ਫੁਨ ਸੂਖਾ। ਉਹ ਜਿੱਥੇ ਵੀ ਕਿਤੇ ਜਾਂਦੇ ਆ ਨਾ, ਪ੍ਰਮਾਤਮਾ ਵਾਹਿਗੁਰੂ ਉਹਨਾਂ ਨੂੰ ਆਤਮਿਕ ਸੁੱਖ ਬਖਸ਼ਿਸ਼ ਕਰਦਾ ਹੈ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਦਾ ਗੁਰਬਾਣੀ ਅੰਦਰ ਪਾਵਨ ਸ਼ਲੋਕ ਹੈ ਕਿ ਜਗਤ ਜਿਹੜਾ ਹੈ ਨਾ, ਇਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਪਿਆ ਹੈ।
ਕੋਈ ਸੰਸਾਰ ਦੇ ਜੀ ਵਿਕਾਰਾਂ ਦੀ ਭੱਠੀ ਦੇ ਵਿੱਚ ਭੁੱਜ ਰਹੇ ਹਨ। ਕਿਧਰੇ ਆਸਾ ਤ੍ਰਿਸ਼ਨਾ ਦੀਆਂ ਤਰੰਗਾਂ ਦੇ ਨਾਲ ਜੀਵ ਲਪੇਟ ਵਿੱਚ ਆ ਰਹੇ ਨੇ। ਕਿਸੇ ਨੂੰ ਸੁੱਖ ਨਸੀਬ ਹੋ ਹੀ ਨਹੀਂ ਰਿਹਾ, ਆਤਮਿਕ ਸੁੱਖ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ ਪਿਆ। ਪਰ ਉਹ ਵਡਭਾਗੇ ਪੁਰਖ ਹਨ ਜੋ ਪ੍ਰਮਾਤਮਾ ਦਾ ਸਿਮਰਨ ਕਰਦੇ ਹੈ। ਮਹਾਰਾਜ ਕਹਿੰਦੇ ਹੋ ਜਾਣੋ ਕਿ ਜਗਤ ਦੇ ਅੰਦਰ ਸੁਖੀ ਹਨ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਹਿਰਦੇ ਕਰਕੇ ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ, ਇਤ ਉਤ ਕਤਿ ਨ ਡੋਲਈ ਜਿਸ ਰਾਖੈ ਸਿਰਜਨਹਾਰ। ਆਤਮਿਕ ਸੁਖ ਪ੍ਰਾਪਤੀ ਕਰਨ ਵਾਲਿਆਂ ਦੀ ਇਹ ਨਿਸ਼ਾਨੀ ਵੀ ਨਾਲ ਦੱਸ ਦਿੱਤੀ ਹੈ। ਉਹ ਕਿਤੇ ਡਾਵਾਂਡੋਲ ਨਹੀਂ ਹੁੰਦੇ, ਡਗਮਗਾਉਂਦੇ ਨਹੀਂ। ਇਸ ਸੰਸਾਰ ਦੇ ਸੁੱਖਾਂ ਨੂੰ ਦੇਖ ਕਰਕੇ ਉਹਨਾਂ ਦਾ ਮਨ ਜਿਹੜਾ ਹੈ ਵਿਚਲਿਤ ਨਹੀਂ ਹੋਣਾ ਕਰਦਾ। ਉਹਨਾਂ ਗੁਰਮੁਖ ਜਨਾਂ ਦਾ ਜੀਵਨ ਮੁਕਤੀ ਪ੍ਰਾਪਤ ਕਰਨ ਵਾਲੇ ਬ੍ਰਹਮ ਬੇਦਿਆਂ ਦਾ, ਗੁਰਮੁਖ ਪਿਆਰਿਆਂ ਦਾ ਮਨ ਸੰਸਾਰ ਦੇ ਸੁੱਖਾਂ ਨੂੰ, ਵਿਸ਼ੇ ਸੁੱਖਾਂ ਨੂੰ ਦੇਖ ਕਰਕੇ ਪਰਚਦਾ ਨਹੀਂ, ਡਗਮਗਾਉਂਦਾ ਨਹੀਂ ਹੈ। ਇੱਕ ਰਸ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿਣਾ, ਐਸਾ ਨਾ ਗੁਰਮੁਖਾਂ ਦੇ ਹਿੱਸੇ ਆਇਆ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ, ਹੇ ਜੀਵ, ਐਸਾ ਉਹਨਾਂ ਗੁਰਮੁਖ ਪਿਆਰਿਆਂ ਦਾ ਜੀਵਨ ਹੈ ਸੰਸਾਰ ਭਰ ਦੇ ਸਭ ਥਾਵਾਂ ਤੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਭਰੋਸਾ ਬਣ ਜਾਂਦਾ ਹੈ। ਵਾਹਿਗੁਰੂ ਉਹਨਾਂ ਨੂੰ ਸਭ ਥਾਵਾਂ ਤੇ ਆਤਮਿਕ ਸੁੱਖ ਬਖਸ਼ਿਸ਼ ਕਰਦਾ ਹੈ। ਭਾਵੇਂ ਕੋਈ ਦੁੱਖ ਵੀ ਦੇਣ ਦਾ ਯਤਨ ਕਰੇ ਨਾ, ਫਿਰ ਵੀ ਸਾਧ ਸੰਗਤ ਜੀ ਉਹਨਾਂ ਦੇ ਹਿਰਦੇ ਕਰਕੇ ਜਿਹੜੀ ਅਡੋਲਤਾ ਬਣੀ ਰਹਿੰਦੀ ਹੈ। ਕਿੰਨੇ ਮਹਾਨ ਸਿੱਖਾਂ ਸੂਰਬੀਰਾਂ ਦੇ ਜੀਵਨ ਹਨ, ਕਿੰਨੇ ਭਾਵੇਂ ਤਨ ਤੇ ਤਸ਼ੱਦਦ ਕੀਤੇ ਸਾਧ ਸੰਗਤ ਜੀ ਜ਼ਾਲਮਾਂ ਨੇ, ਪਰ ਹਿਰਦੇ ਦੀ ਅਡੋਲਤਾ ਨੂੰ ਥੋੜਾ ਵਿਗਾੜ ਸਕੇ ਹੈ। ਤਨ ਨੂੰ ਭਾਵੇਂ ਵਿਗਾੜ ਦਿੱਤਾ, ਕੀਮਾ ਕਰ ਦਿੱਤਾ ਹੈ, ਆਰਿਆਂ ਦੇ ਨਾਲ ਵੀ ਚੀਰ ਕਰਕੇ ਦੇਖ ਲਿਆ, ਬੰਦ ਵੀ ਕੱਟ ਕਰਕੇ ਦੇਖ ਲਏ, ਖੋਪੜ ਵੀ ਲਾਹ ਕਰਕੇ ਦੇਖ ਲਏ, ਪਰ ਹਿਰਦੇ ਦੀ ਅਡੋਲਤਾ ਨਹੀਂ ਨਾ ਭੰਗ ਕਰ ਸਕੇ। ਕਿਉਂਕਿ ਜਿਸ ਹਿਰਦੇ ਅੰਦਰ ਪ੍ਰਮਾਤਮਾ ਦੇ ਸਿਮਰਨ ਦੀ ਦਾਤ ਪ੍ਰਾਪਤ ਹੋਈ ਹੈ, ਜਿਨ੍ਹਾਂ ਨੂੰ ਜੀਵਨ ਮੁਕਤੀ ਦਾ ਆਨੰਦ ਪ੍ਰਮਾਤਮਾ ਨੇ ਬਖਸ਼ਿਆ, ਉਹ ਕਦੇ ਵੀ ਫਿੱਕਾ ਨਹੀਂ ਪੈਂਦਾ। ਮਹਾਰਾਜ ਕਹਿੰਦੇ ਉਹ ਸਦਾ ਹੀ ਰਹਿੰਦਾ। ਸਰੀਰ ਰੂਪੀ ਕੱਪੜੇ ਨੂੰ ਭਾਵੇਂ ਕੋਈ ਲੀਰੋ ਲੀਰ ਕਰ ਦਿੰਦਾ ਹੈ, ਪਰ ਹਿਰਦੇ ਦੀ ਅਡੋਲਤਾ ਉਹਨਾਂ ਦੀ ਬਰਕਰਾਰ ਰਹਿੰਦੀ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਹੇ ਜੀਵ ਘਰ ਮਹਿ ਸੂਖ ਬਾਹਰ ਫੁਨ ਸੂਖਾ। ਜਿੱਥੇ ਸਤ ਸੰਗਤ ਰੂਪੀ ਘਰ ਦੇ ਵੀ ਜਿਨ੍ਹਾਂ ਗੁਰਮੁਖਾਂ ਨੇ ਆਤਮਿਕ ਸੁੱਖ ਪ੍ਰਾਪਤ ਕੀਤਾ ਹੈ, ਉਹਨਾਂ ਨੂੰ ਬਾਹਰ ਸੰਸਾਰ ਦੇ ਅੰਦਰ ਵੀ ਪ੍ਰਮਾਤਮਾ ਨੇ ਆਤਮਿਕ ਸੁੱਖ ਬਖਸ਼ਿਆ ਹੈ। ਤੇ ਜਿਨ੍ਹਾਂ ਨੇ ਸਤ ਸੰਗਤ ਰੂਪੀ ਘਰ ਦੇ ਵਿੱਚ ਹੀ ਆਤਮਿਕ ਸੁੱਖ ਨਹੀਂ ਪਾਇਆ, ਹਰ ਸਮੇਂ ਖੋਟੀ ਸੰਗਤ ਦਾ ਹੀ ਸਾਧ ਸੰਗਤ ਜੀ ਦੁਸ਼ ਮਾਤਰ ਦਾ ਸੁੱਖ ਹੀ ਹਰ ਸਮੇਂ ਪਰਚੇ ਰਹਿੰਦੇ ਹੈ, ਉਹਨਾਂ ਨੂੰ ਸੰਸਾਰ ਦੇ ਅੰਦਰ ਭਲਾ ਕਿਵੇਂ ਆਤਮਿਕ ਸੁੱਖ ਪ੍ਰਾਪਤ ਹੋ ਸਕਦਾ ਹੈ। ਮਹਾਰਾਜ ਕਹਿੰਦੇ ਘਰ ਮਹਿ ਸੂਖ, ਸਤ ਸੰਗਤ ਰੂਪੀ ਘਰ ਦੇ ਵੀ ਜਿਨ੍ਹਾਂ ਨੇ ਆਤਮਿਕ ਸੁੱਖ ਮਾਣ ਲੈਣਾ ਕੀਤਾ ਹੈ, ਉਹਨਾਂ ਨੂੰ ਬਾਹਰ ਵੀ ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਣ, ਪ੍ਰਮਾਤਮਾ ਆਤਮਿਕ ਸੁੱਖ ਬਖਸ਼ਿਸ਼ ਕਰਦਾ ਹੈ। ਹਰ ਸਿਮਰਤ ਸਾਗਰ ਵਿਨਾਸ਼ੇ ਦੁਖਾ। ਪ੍ਰਮਾਤਮਾ ਦਾ ਸਿਮਰਨ ਕਰਨੇ ਕਰਕੇ ਸਾਰੇ ਦੁੱਖ ਉਹਨਾਂ ਦੇ ਵਿਨਾਸ਼ੇ ਨਾਸ਼ ਹੋ ਗਏ। ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ। ਕਿਹੜੇ ਜੀਵ ਸੁੱਖਾਂ ਵਿੱਚ ਨਿਵਾਸ ਕਰਦੇ ਹਨ, ਸੁਖੀ ਆਪਣਾ ਜੀਵਨ ਨਿਰਵਾਹ ਕਰਦੇ ਹਨ, ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹੈ। ਪਰ ਬੇਗਿਆਤ ਹੋਣੇ ਕਰਕੇ, ਸਮਝ ਨਾ ਹੋਣੇ ਕਰਕੇ ਅਸੀਂ ਸ਼ੰਕੇ ਕਰਦੇ ਹਾਂ ਜੀ ਸਾਨੂੰ ਇੰਨਾ ਸਮਾਂ ਹੋ ਗਿਆ ਗੁਰਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਨਾਮ ਜਪਦੇ ਹਾਂ, ਸਾਨੂੰ ਤਾਂ ਕੁਝ ਮਿਲਿਆ ਹੀ ਨਹੀਂ। ਕੀ ਪਤਾ ਕਿੰਨੇ ਕੁ ਪਾਪ ਕਰਮ ਸਾਡੇ ਪ੍ਰਮਾਤਮਾ ਨੇ ਕੱਟੇ ਹਨ, ਕਿੰਨੇ ਕੁ ਭੈੜੇ ਕਰਮ ਕੀਤੇ ਹੋਏ ਗੁਨਾਹ ਜਿਹੜੇ ਸਨ, ਜਿਨ੍ਹਾਂ ਕਰਕੇ ਬਹੁਤ ਜ਼ਿਆਦਾ ਦੁਖੀ ਹੋਣਾ ਪੈਣਾ ਸੀ, ਪ੍ਰਮਾਤਮਾ ਨੇ ਥੋੜ੍ਹੇ ਦੇ ਵਿੱਚ ਹੀ ਵਾਹਿਗੁਰੂ ਨੇ ਕੱਟ ਦਿੱਤੇ ਹੈ। ਇਸ ਲਈ ਮਹਾਰਾਜ ਹਜ਼ੂਰ ਕਹਿੰਦੇ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਸਭ ਦੁੱਖ ਪ੍ਰਮਾਤਮਾ ਨੇ ਨਾਸ਼ ਕਰ ਦਿੱਤੇ ਹਨ। ਜਿਨ੍ਹਾਂ ਪਾਪ ਕਰਮਾਂ ਕਰਕੇ ਜੀਵ ਨੂੰ ਦੁਖੀ ਹੋਣਾ ਪੈਣਾ ਸੀ, ਪੂਰਬਲੇ ਜਨਮਾਂ ਦੇ ਵਿੱਚ ਕਮਾਏ ਹੋਏ ਜਿਹੜਾ ਬੀਜਿਆ ਹੋਇਆ ਕਰਮਾਂ ਦਾ ਬੀਜ, ਉਹ ਦੁੱਖ ਰੂਪ ਦੇ ਵੀ ਸਾਧ ਸੰਗਤ ਜੀ ਫਲ ਜਿਹੜਾ ਭੋਗਣਾ ਪੈਣਾ ਸੀ, ਪਰ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਪ੍ਰਮਾਤਮਾ ਨੇ ਜਿਹੜਾ ਬੀਜਿਆ ਹੋਇਆ ਦੁੱਖਾਂ ਦਾ ਬੀਜ ਸੀ ਨਾ, ਉਹ ਵਾਹਿਗੁਰੂ ਨੇ ਸੁਪਨੇ ਦੇ ਵਿੱਚ ਹੀ ਭੁਗਤਾ ਦਿੱਤਾ।
ਐਸੇ ਕਿੰਨੇ ਸਿੱਖਾਂ ਦੇ ਜੀਵਨ ਹਨ ਜਿਨ੍ਹਾਂ ਨੇ ਗੁਰੂ ਸ਼ਰਨ ਧਾਰਨ ਕੀਤੀ ਹੈ, ਪਰਮਾਤਮਾ ਦਾ ਸਿਮਰਨ ਕੀਤਾ ਹੈ। ਸੂਲੀ ਤੋਂ ਸੂਲ ਦੇ ਵਿੱਚ ਪਰਮਾਤਮਾ ਨੇ ਉਹਨਾਂ ਦੇ ਦੁੱਖ ਕੱਟ ਦਿੱਤੇ ਹਨ। ਐਸੀ ਮਹਾਨ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਸ਼ਕਤੀ ਹੈ। ਪਰਮਾਤਮਾ ਦਾ ਸਿਮਰਨ ਕਰਨੇ ਕਰਕੇ ਮਹਾਰਾਜ ਕਹਿੰਦੇ ਸਭ ਦੁੱਖ ਨਾਸ਼ ਹੋ ਜਾਂਦੇ ਹਨ। ਸਗਲ ਸੁਖ ਜਾ ਤੂੰ ਚਿਤ ਆਵੈ। हे ਪ੍ਰਮਾਤਮਾ, ਜੇ ਸਾਡੇ ਚਿੱਤ ਵਿੱਚ ਆਪ ਜੀ ਦੀ ਯਾਦ ਆ ਜਾਂਦੀ ਹੈ ਨਾ, ਇਉਂ ਪ੍ਰਤੀਤ ਹੁੰਦਾ ਕਿ ਸਾਰੇ ਸੁੱਖ ਸਾਨੂੰ ਪ੍ਰਾਪਤ ਹੋ ਗਏ ਹਨ। ਇਹ ਗੁਰਮੁਖਾਂ ਦਾ ਨਿਸ਼ਚਾ ਹੈ। ਪਰ ਸਾਧ ਸੰਗਤ ਜੀ, ਸਭ ਕੁਝ ਮਿਲਣ ਦੇ ਬਾਵਜੂਦ ਫਿਰ ਵੀ ਅਸੀਂ ਰੋਂਦੇ ਰਹਿੰਦੇ ਹਾਂ ਜੀ, ਮਹਾਰਾਜ ਸਾਨੂੰ ਦਿੱਤਾ ਕੀ? ਰੱਬਾ ਸਾਨੂੰ ਦਿੱਤਾ ਕੀ ਹੈ? ਸਭ ਕੁਝ ਸਾਡੇ ਗਵਾਂਢੀਆਂ ਨੂੰ ਦੇ ਦਿੱਤਾ। ਫਿਰ ਵੀ ਜੀਵ ਭੁੱਬਾਂ ਮਾਰ ਮਾਰ ਕਰਕੇ ਰੋਂਦਾ ਰਹਿੰਦਾ, ਕਰਲਾਉਂਦਾ ਰਹਿੰਦਾ। ਕਿੰਨੀ ਵੱਡੀ ਪ੍ਰਮਾਤਮਾ ਨੇ ਮਿਹਰ ਕੀਤੀ ਹੈ। 84 ਲੱਖ ਜੂਨਾਂ ਦੇ ਵਿੱਚੋਂ ਕੱਢ ਕੇ ਮਾਨਸ ਜੀਵਨ ਬਖਸ਼ਿਸ਼ ਕੀਤਾ। ਫਿਰ ਹੱਥ ਪੈਰ ਕੰਮ ਕਰਦੇ ਹੈ। ਪ੍ਰਮਾਤਮਾ ਨੇ ਸੁੰਦਰ ਨਰ ਨਾਰਾਇਣੀ ਬਖਸ਼ੀ ਹੈ, ਦਰੁਸਤ ਸਰੀਰ ਦਿੱਤਾ ਹੈ। ਨਹੀਂ ਤਾਂ ਉਹ ਵੀ ਤਾਂ ਲੋਕ ਹਨ ਜਿਨ੍ਹਾਂ ਦਾ ਕਿਸੇ ਦਾ ਹੱਥ ਕਿਸੇ ਦਾ ਪੈਰ ਨਹੀਂ ਕੋਈ ਕੰਮ ਕਰਦਾ। ਜ਼ੁਬਾਨ ਤੋਂ ਗੂੰਗੇ ਹੈ, ਕੰਨਾਂ ਤੋਂ ਬੋਲੇ ਹੈ, ਅੱਖਾਂ ਵਿੱਚ ਦੇਖਣ ਦੀ ਸ਼ਕਤੀ ਨਹੀਂ, ਅੰਨੇ ਸੰਸਾਰ ਦੇ ਅੰਦਰ ਜਨਮੇ ਹੈ। ਮਹਾਰਾਜ ਹਜੂਰ ਕਹਿੰਦੇ ਉਹਨਾਂ ਨੂੰ ਪਤਾ ਕਿ ਇਹਨਾਂ ਇੰਦਰੀਆਂ ਦੀ ਕੀ ਕੀਮਤ ਹੈ। ਪਰ ਸਭ ਕੁਝ ਮਿਲਣ ਦੇ ਬਾਵਜੂਦ ਵੀ ਇਹ ਜੀਵ ਨਾ ਸ਼ੁਕਰਾ ਹੋਇਆ ਤੁਰਿਆ ਫਿਰ ਰਿਹਾ। ਪ੍ਰਮਾਤਮਾ ਦਾ ਕਦੇ ਵੀ ਸ਼ੁਕਰ ਨਹੀਂ ਕਰਦਾ, ਰੱਬ ਦਾ ਸ਼ੁਕਰਾਨਾ ਨਹੀਂ ਕਰਦਾ। ਫਿਰ ਵੀ ਬਾਰ-ਬਾਰ ਭੁੱਬਾ ਮਾਰਦਾ ਰਹਿੰਦਾ ਕਿ ਮੈਨੂੰ ਦਿੱਤਾ ਕੀ? ਪਰ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਕਿ ਜੋ ਗੁਰਮੁਖਾਂ ਦਾ ਨਿਸ਼ਚਾ ਹੈ, ਸਗਲ ਸੂਖ ਜਾਂ ਤੂੰ ਚਿਤ ਆਵੈ। ਪਰਮਾਤਮਾ ਜੇ ਚਿੱਤ ਵਿੱਚ ਆਪ ਜੀ ਦੀ ਯਾਦ ਆ ਜਾਵੇ ਨਾ, ਇਉਂ ਪ੍ਰਤੀਤ ਹੁੰਦਾ ਕਿ ਸਾਰੇ ਸੁੱਖ ਹੀ ਸਾਨੂੰ ਸੰਸਾਰ ਦੇ ਮਿਲ ਗਏ ਹੈ। ਕੋਈ ਵੀ ਸੁੱਖ ਦੁਨੀਆ ਦਾ ਪਿੱਛੇ ਨਹੀਂ ਰਹਿ ਗਿਆ ਜੇ ਪਰਮਾਤਮਾ ਹਿਰਦੇ ਅੰਦਰ ਆ ਕੇ ਨਿਵਾਸ ਕਰ ਲੈਂਦਾ। ਸੁੱਖ ਦੇਣ ਵਾਲਾ ਦਾਤਾ ਵੀ ਤਾਂ ਪਰਮਾਤਮਾ ਹੀ ਹੈ। ਤੇ ਜਿੱਥੇ ਬਾਦਸ਼ਾਹ ਚਲਾ ਜਾਵੇ ਤੇ ਸਾਧ ਸੰਗਤ ਜੀ, ਸੁੱਖ ਸਹੂਲਤਾਂ ਆਪਣੇ ਆਪ ਹੀ ਉਹਦੇ ਨਾਲ ਪਿੱਛੇ ਪਿੱਛੇ ਚਲਾ ਜਾਂਦੀਆਂ ਹਨ। ਤੇ ਜਿੱਥੇ ਸੁੱਖਾਂ ਦਾ ਦਾਤਾ ਪਰਮੇਸ਼ਰ ਆ ਕੇ ਨਿਵਾਸ ਕਰ ਲੈਂਦਾ, ਦਾਤਾਂ ਫਿਰ ਉੱਥੇ ਪਿੱਛੇ ਨਹੀਂ ਰਹਿ ਜਾਂਦੀਆਂ। ਉੱਥੇ ਵੀ ਸਾਰੀਆਂ ਦਾਤਾਂ ਆ ਕਰਕੇ ਆਪਣੇ ਆਪ ਪ੍ਰਾਪਤ ਹੋਣ ਲੱਗ ਪੈਂਦੀਆਂ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੇ ਉਚਾਰਨ ਕੀਤਾ, हे ਪ੍ਰਮਾਤਮਾ ਸਗਲ ਸੂਖ ਜਾਂ ਤੂੰ ਚਿਤ ਆਵੈ। ਮਹਾਰਾਜ ਜਿਨ੍ਹਾਂ ਦੇ ਚਿੱਤ ਵਿੱਚ ਆਪ ਜੀ ਦੀ ਯਾਦ ਆ ਜਾਂਦੀ ਹੈ, ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਸੋ ਨਾਮ ਜਪੈ ਜੋ ਜਨ ਤੁਧ ਭਾਵੈ। ਪਰ ਨਾਮ ਉਹ ਜੀਵ ਜਪਦਾ ਜੋ ਆਪ ਜੀ ਨੂੰ ਭਾਵਦਾ ਹੈ। ਹਰ ਇੱਕ ਜੀਵ ਨਹੀਂ ਪਰਮੇਸ਼ਰ ਦਾ ਨਾਮ ਜਪਦਾ। ਹਰ ਇੱਕ ਜੀਵ ਨਹੀਂ ਹਿਰਦੇ ਹੋ ਕੇ ਪ੍ਰਮਾਤਮਾ ਨੂੰ ਧਿਆਉਂਦਾ। ਪ੍ਰਮਾਤਮਾ ਜਿਸ ਜੀਵ ਤੇ ਕਿਰਪਾ ਕਰਦਾ, ਹਿਰਦਿਓਂ ਪਿਆਰ ਬਖਸ਼ਿਸ਼ ਕਰਦਾ। ਨਹੀਂ ਤੇ ਬਹੁਤਾਤ ਵਿੱਚ ਅਸੀਂ ਵੇਖਾ ਵਿਖਾਈ ਸਾਧ ਸੰਗਤ ਜੀ ਲੋਕ ਲੱਜਾ ਰੱਖਣ ਦੇ ਵਾਸਤੇ ਅਸੀਂ ਜ਼ਰੂਰ ਜਪਦੇ ਹਾਂ ਜਾਂ ਗੁਰਬਾਣੀ ਪੜ੍ਹਦੇ ਹਾਂ। ਪਰ ਮਹਾਰਾਜ ਕਹਿੰਦੇ ਹਿਰਦੇ ਹੋ ਕੇ ਪ੍ਰਮਾਤਮਾ ਨੂੰ ਚੇਤੇ ਕਰਨਾ, ਇਹ ਪ੍ਰਮਾਤਮਾ ਦੀ ਇੱਕ ਬਖਸ਼ਿਸ਼ ਹੈ। ਵਾਹਿਗੁਰੂ ਦੀ ਬਖਸ਼ੀ ਹੋਈ ਅਮੋਲਕ ਦਾਤ ਹੈ। ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ, ਸੋ ਨਾਮ ਜਪੈ ਜੋ ਜਨ ਤੁਧ ਭਾਵੈ। ਮਹਾਰਾਜ ਜਿਨ੍ਹਾਂ ਦੇ ਹਿਰਦੇ ਦੀ ਭਾਵਨਾ ਆਪ ਜੀ ਨੂੰ ਭਾ ਗਈ ਹੈ, ਜਿਨ੍ਹਾਂ ਦੇ ਹਿਰਦੇ ਦਾ ਪਿਆਰ, ਅੰਦਰ ਦੀ ਸ਼ਰਧਾ ਭਾਵਨਾ ਜਿਨ੍ਹਾਂ ਦੀ ਭਾਵ ਗਈ, ਪਰਮੇਸ਼ਰ ਨੇ ਉਹਨਾਂ ਨੂੰ ਨਾਮ ਜਪਣ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਹ ਹਿਰਦੇ ਹੋ ਕੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹਨ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਤਨ ਮਨ ਸੀਤਲ ਜਪ ਨਾਮ ਤੇਰਾ। हे ਪ੍ਰਮਾਤਮਾ, ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ, ਉਹਨਾਂ ਦਾ ਤਨ ਵੀ ਮਨ ਵੀ ਸੀਤਲ ਹੋ ਗਿਆ ਹੈ। ਇਹ ਸਾਧ ਸੰਗਤ ਜੀ, ਤਨ ਨੂੰ ਸੀਤਲ ਕਰਨ ਦੇ ਵਾਸਤੇ ਤਾਂ ਬੜੇ ਸੰਸਾਰ ਦੇ ਅੰਦਰ ਬਹੁਤ ਸਾਰੇ ਅਦਾਰੇ ਹੈ, ਬਹੁਤ ਸਾਰੇ ਸੰਸਾਰ ਦੇ ਅੰਦਰ ਸਾਧਨ ਵੀ ਹੈ ਤਨ ਨੂੰ ਸੀਤਲ ਕਰਨ ਦੇ ਵਾਸਤੇ, ਠੰਡਾ ਕਰਨ ਦੇ ਲਈ। ਪਰ ਮਨ ਨੂੰ ਸੀਤਲ ਕਰਨਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਵੀ ਸੰਸਾਰ ਦੀ ਸ਼ਕਤੀ ਨਹੀਂ, ਨਾ ਕੋਈ ਅਦਾਰਾ ਹੀ ਹੈ। ਮਹਾਰਾਜ ਜੀ ਦੇ ਬਚਨ ਪੜ੍ਹਦੇ ਹਨ, ਚੰਦਨ ਚੰਦ ਨ ਸਰਦ ਰੋਤਾ, ਮੂਲ ਨ ਮਿਟਈ ਕਾਮ, ਸੀਤਲ ਥੀਵੈ ਨਾਮ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਦੇ ਨਾਮ ਦੇ ਵਿੱਚ ਐਸੀ ਸੀਤਲਤਾ ਹੈ
ਜਿਸ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਨਿਵਾਸ ਕਰ ਜਾਂਦਾ ਹੈ, ਉਹ ਹਿਰਦਾ ਵੀ ਸੀਤਲ ਹੋ ਜਾਂਦਾ ਹੈ। ਵਿਕਾਰਾਂ ਦੀ ਤਪਸ਼ ਉੱਥੋਂ ਹਟ ਜਾਂਦੀ ਹੈ, ਪਰਮੇਸ਼ਰ ਦੇ ਨਾਮ ਦੀ ਸੀਤਲਤਾ ਪ੍ਰਾਪਤ ਹੋ ਜਾਂਦੀ ਹੈ। ਤਨ ਵੀ ਗੁਰਮੁਖਾਂ ਦਾ ਸੀਤਲ ਹੋ ਗਿਆ ਹੈ, ਜਿਹੜਾ ਹਰ ਸਮੇਂ ਵਿਕਾਰਾਂ ਦੀ ਤਪਸ਼ ਦੇ ਵਿੱਚ ਤਪਦਾ ਰਹਿੰਦਾ ਸੀ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਨਾਮ ਬਖਸ਼ਿਸ਼ ਕੀਤਾ ਹੈ, ਤਨ ਮਨ ਸੀਤਲ ਜਪ ਨਾਮ ਤੇਰਾ। ਮਹਾਰਾਜ ਜਪਣੇ ਯੋਗ ਆਪ ਜੀ ਦਾ ਨਾਮ, ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪ ਲਿਆ, ਉਹ ਤਨ ਕਰਕੇ ਮਨ ਕਰਕੇ ਸੀਤਲ ਹੋ ਗਏ ਹਨ। ਹਰ ਹਰ ਜਪਤ ਤਹਿ ਦੁਖ ਡੇਰਾ। हे ਵਾਹਿਗੁਰੂ, ਆਪ ਜੀ ਦਾ ਜਪਣੇ ਯੋਗ ਜਾਪ ਕਰਨੇ ਕਰਕੇ ਜਿਹੜਾ ਵਿਕਾਰਾਂ ਨੂੰ ਪਾਪ ਕਰਮਾਂ ਨੂੰ ਜ਼ਬਤ ਕਰ ਦਿੰਦਾ ਹੈ, ਜਿਹੜਾ ਕੀਤੇ ਹੋਏ ਗੁਨਾਹਾਂ ਨੂੰ ਜ਼ਬਤ ਕਰ ਦਿੰਦਾ ਹੈ, ਕੀਤੇ ਹੋਏ ਅਪਰਾਧਾਂ ਨੂੰ ਜ਼ਬਤ ਕਰ ਦਿੰਦਾ ਹੈ, ਬੁਰੇ ਕਰਮਾਂ ਨੂੰ ਪਾਪ ਕਰਮਾਂ ਨੂੰ ਜ਼ਬਤ ਕਰਨ ਵਾਲਾ ਜਪਣੇ ਯੋਗ ਪਰਮੇਸ਼ਰ ਜੋ ਆਪ ਜੀ ਦਾ ਜਾਪ ਹੈ, ਜਿਨ੍ਹਾਂ ਨੇ ਜਾਪ ਕਰ ਲਿਆ ਉਹਨਾਂ ਦਾ ਢਾਹੈ ਦੁੱਖ ਡੇਰਾ। ਜੰਮਣ ਮਰਨ ਦਾ ਦੁੱਖ ਜਿਹੜਾ ਸੀ ਨਾ, ਉਹ ਪ੍ਰਮਾਤਮਾ ਨੇ ਡੇਰਾ ਹੀ ਉਹਨਾਂ ਦਾ ਢਾਹ ਦਿੱਤਾ। ਦੁੱਖ ਵੀ ਜਿਹੜਾ ਡੇਰਾ ਬਣਾ ਕਰਕੇ ਆ ਕੇ ਬੈਠੇ ਸਨ ਕਿ ਇੱਕ ਵਾਰ ਜੀਵਨ ਵਾਕ ਕਰਕੇ ਜਦੋਂ ਦੁੱਖ ਚੰਬੜ ਜਾਂਦਾ ਨਾ, ਥੋੜ੍ਹੀ ਕਿਤੇ ਹਟਣ ਦਾ ਨਾਮ ਹੀ ਨਹੀਂ ਲੈਂਦਾ। ਤਨ ਕਰਕੇ ਦੁੱਖ ਚੰਬੜੇ ਹੋਏ ਹੈ, ਕਿਧਰੇ ਮਨ ਕਰਕੇ ਔਗਣਾ ਵਿਕਾਰਾਂ ਪਾਪ ਕਰਮਾਂ ਰੂਪੀ ਦੁੱਖ ਆ ਕਰਕੇ ਚੰਬੜੇ ਹੋਏ ਹਨ। ਪਰ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਵਾਹਿਗੁਰੂ ਦਾ ਜਾਪ ਜਪਿਆ ਹੈ, ਉਹਨਾਂ ਦਾ ਜੰਮਣ ਮਰਨ ਦਾ ਡੇਰਾ ਵੀ ਪ੍ਰਮਾਤਮਾ ਨੇ ਢਾਹ ਦਿੱਤਾ। ਫਿਰ ਅਗਿਆਨ ਦੇ ਦੁੱਖ ਦਾ ਡੇਰਾ ਵੀ ਵਾਹਿਗੁਰੂ ਨੇ ਢਾਹ ਦਿੱਤਾ। ਪੂਰਬਲੇ ਕਮਾਏ ਹੋਏ ਪਾਪ ਕਰਮਾਂ ਦਾ ਦੁੱਖਾਂ ਦਾ ਡੇਰਾ ਵੀ ਵਾਹਿਗੁਰੂ ਨੇ ਢਾਹ ਦਿੱਤਾ। ਐਸੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਹੁਕਮ ਬੂਝੈ ਸੋਈ ਪਰਵਾਨਾ। ਜੋ ਵਾਹਿਗੁਰੂ ਦੀ ਪ੍ਰਾਪਤੀ ਦਾ ਹੁਕਮ ਬੁੱਝ ਲੈਂਦਾ, ਸਮਝ ਲੈਂਦਾ, ਉਹੋ ਹੀ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੁੰਦਾ ਹੈ। ਕਿ ਇਹੋ ਹੀ ਪ੍ਰਮਾਤਮਾ ਦਾ ਹੁਕਮ ਹੈ। ਇੱਕੋ ਹੁਕਮ ਕਿ ਇੱਕ ਪਰਮੇਸ਼ਰ ਦਾ ਹੁਕਮ ਹੈ ਕਿ ਵਾਹਿਗੁਰੂ ਦੀ ਬੰਦਗੀ ਕਰਕੇ ਪਰਮੇਸ਼ਰ ਦਾ ਨਾਮ ਜਪ ਕੇ ਹੀ ਸੰਸਾਰ ਤੋਂ ਭਵਜਲ ਤੋਂ ਤਰੀਦਾ ਹੈ। ਇਹ ਮਹਾਰਾਜ ਜੀ ਦਾ ਹੁਕਮ ਜੋ ਬੁੱਝ ਲੈਂਦਾ ਹੈ, ਸੋ ਪ੍ਰਵਾਨ, ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਜਿਸ ਜੀਵ ਨੇ ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਸਮਝ ਲਿਆ, ਗੁਰੂ ਬਚਨਾਂ ਨੂੰ ਸਤ ਕਰਕੇ ਮੰਨ ਲਿਆ, ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਿਆ ਹੈ। ਪਰ ਜੋ ਮਨੁੱਖ ਆਪ ਖੁਦਰਾ ਹੁੰਦਾ ਨਾ, ਮਨ ਮੱਤਾਂ ਕਰਦਾ, ਉਹ ਮਹਾਰਾਜ ਜੀ ਤੋਂ ਵਿਛੜ ਕੇ ਫਿਰ ਜਮਾਂ ਦੀਆਂ ਚੋਟਾਂ ਖਾਂਦਾ। ਸਤਿਗੁਰੂ ਜੀ ਦੇ ਬਚਨ ਹਨ, ਜੋ ਗੁਰੂ ਕਾ ਸਿੱਖ ਮਹਾਰਾਜ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਦਾ, ਕਿੰਨਾ ਮਾਣ ਕਿੰਨਾ ਸਤਿਕਾਰ ਮਹਾਰਾਜ ਸਾਹਿਬ ਜੀ ਨੇ ਉਹ ਸਿੱਖ ਦਾ ਕੀਤਾ। ਸਤਿਗੁਰੂ ਜੀ ਦੇ ਗੁਰਬਾਣੀ ਅੰਦਰ ਮੁਬਾਰਕ ਬਚਨ ਹਨ ਕਿ ਜੋ ਸਿੱਖ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਚੱਲ ਕਰਕੇ ਆਉਂਦੇ ਹਨ, ਮਹਾਰਾਜ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਦੇ ਹੈ, ਉਹ ਪ੍ਰਮਾਤਮਾ ਦੇ ਘਰ ਪ੍ਰਵਾਨ ਹੋ ਜਾਂਦੇ ਹਨ। ਪਰ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ, ਉਹਨਾਂ ਨੂੰ ਫਿਰ ਵਿਛੜ ਕਰਕੇ ਦੁਖੀ ਹੋਣਾ ਪੈਂਦਾ, ਉਹ ਜਮਾਂ ਦੀਆਂ ਚੋਟਾਂ ਖਾਂਦੇ ਆ। ਐਸੀ ਉਹਨਾਂ ਸੰਸਾਰ ਦੇ ਜੀਵਾਂ ਦੀ ਹਾਲਤ ਬਣ ਜਾਂਦੀ ਹੈ। ਪਰ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਹੁਕਮ ਬੁੱਝਿਆ, ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲਿਆ, ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ, ਸੋਈ ਪ੍ਰਵਾਨ, ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਏ ਹਨ, ਵਾਹਿਗੁਰੂ ਦੇ ਘਰ ਵਿੱਚ ਮੰਨਣ ਯੋਗ ਹੋ ਗਏ ਹਨ। ਸਾਚ ਸ਼ਬਦ ਜਾ ਕਾ ਨਿਸਾਨਾ। ਸੱਚੇ ਸ਼ਬਦ ਦੁਆਰਾ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਨਿਸ਼ਾਨ ਪ੍ਰਗਟ ਕਰ ਲਿਆ ਹੈ। ਸਾਚ ਸ਼ਬਦ ਜਾ ਕਾ ਨਿਸ਼ਾਨ, ਨਿਸ਼ਾਨ ਨਾਮ ਮੋਹਰ ਦਾ ਹੈ, ਪ੍ਰਵਾਨਗੀ ਦਾ ਹੈ। ਪ੍ਰਮਾਤਮਾ ਦੇ ਘਰ ਉਹਨਾਂ ਨੂੰ ਪ੍ਰਵਾਨਗੀ ਪ੍ਰਵਾਨਾ ਮਿਲ ਗਿਆ ਪਰਮੇਸ਼ਰ ਦੀ ਪ੍ਰਾਪਤੀ ਦਾ, ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ। ਸਾਤ ਸ਼ਬਦ ਜਾ ਕਾ ਨਿਸ਼ਾਨ, ਇਹ ਜਾਣੋ ਕਿ ਉਹਨਾਂ ਦੀ ਮੋਹਰ ਹੈ, ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੈ। ਜਿਸ ਪੈਸੇ ਤੇ ਮੋਹਰ ਨਾ ਹੋਵੇ, ਉਹਨੂੰ ਖੋਟਾ ਪੈਸਾ ਕਿਹਾ ਜਾਂਦਾ ਤੇ ਉਹਦਾ ਕੋਈ ਮੁੱਲ ਨਹੀਂ ਪੈਂਦਾ, ਉਹਦੀ ਕੋਈ ਕਦਰ ਨਹੀਂ ਪੈਂਦੀ। ਖਜ਼ਾਨਚੀ ਸਾਧ ਸੰਗਤ ਜੀ ਉਹ ਖੋਟੇ ਪੈਸੇ ਨੂੰ ਕੱਢ ਕੇ ਬਾਹਰ ਸੁੱਟ ਦਿੰਦਾ ਕਿ ਇਹਦੇ ਉੱਪਰ ਮੋਹਰ ਨਹੀਂ, ਇਹ ਖੋਟਾ ਹੈ। ਤੇ ਜਿਸ ਹਿਰਦੇ ਅੰਦਰ ਪਰਮੇਸ਼ਰ ਦੇ ਸ਼ਬਦ ਦੀ ਮੋਹਰ ਨਾ ਲੱਗੀ ਹੋਵੇ ਜੀਵਨ ਅੰਦਰ, ਪਰਮਾਤਮਾ ਨੂੰ ਆਪਣੇ ਸਰੂਪ ਰੂਪੀ ਖਜ਼ਾਨੇ ਵਿੱਚ ਨਹੀਂ ਕਦੇ ਧਾਰਨ ਕਰਦਾ।
परमात्मा खोटा जान करके फिर संसार दे अंदर सुटदा, फिर जन्म दे देंदा ते पता नहीं फिर किन्ने को जन्म फिर इसी तरह संसार दे अंदर धारण करदा रहिंदा है। कदे किसी जून विच, कदे किसी जून विच, बार बार 84 दे गेड़े विच ही पिया रहिंदा है। महाराज धन गुरु अर्जन देव साहिब पातशाह सतगुरु जी आख रहे ने, साच शब्द जाका निशान। जिन्हां ने सच्चे शब्द नूं धारण कीता है, परमात्मा ने उन्हां दे जीवन दे अंदर पक्की छाप ला दित्ती, मोहर लगा दित्ती है कि ये गुरु वाले बन के इन्हां ने जीवन की सफलता बनाई है। वो गुरमुख प्यारे वाहिगुरु दे घर प्रवान हन। पूरे सतगुरु जी ने सानू नाम दृढ़ करवा दिता है। गरीब नवाज इस सतगुरु जी की वडियाई है, जीव के हिरदे अंदर परमेश्वर का नाम वसाव देना, परपक्कता बना देनी, हिरदे अंदर अडोल होकर परमात्मा की याद विच जुड़ना, ये पूरे सतगुरां की वडियाई है। नहीं तो आपो विच भी भावें सत संगत असीं नाम जपदे हैं पर सानू भरोसा नहीं हुंदा, प्रतीत नहीं बजदी कि नाम जपदे पए हैं, पता नहीं कुछ मिलना भी है कि नहीं मिलना, कि किन्नी कुछ वाहिगुरू दे नाम की वडियाई है। पर जदों सतगुरु जी उपदेश दे करके हिरदे अंदर नाम परपक्क कर देंदे हैं ना, फिर जीव का मन कदे भी डावाडोल नहीं हुंदा। फिर ये मन में भावना बना के परमेश्वर का नाम जपदा है, प्रभ का सिमरन सब ते ऊंचा, कि वाहिगुरू का सिमरन सब तो ऊंचा है। नाम तुल कछ अवर न होए, नानक गुरमुख नाम पावै जन कोए। कि वाहिगुरू दे नाम दे तुल कोई दुनिया की शक्ति, कोई भी दुनिया का सुख, संसार के जिन्ने भी सुख हैं, कोई भी ये समस्त पुज नहीं सकते। जदों महाराज जी के उपदेश द्वारा नाम जपदा है, सतगुरु जी जीव नूं समझा के हिरदे अंदर परमेश्वर का नाम वसा देण वाले हन। भगत नानक मेरा मन सुख पाया। सतगुरु जी बख्शिश करते हैं। जदों गरीब नवाज महाराज शिव जी ने कृपा की, हिरदे अंदर नाम दृढ़ाया, परपक्क कर दिता है, भगत नानक मेरा मन सुख पाया। महाराज उच्चारण कर रहे हैं, भगत नाम उच्चारण करने का है। सतगुरु जी आख रहे हैं कि साडे मन ने आत्मिक सुख प्राप्त कर लिया, हिरदे करके सानू परम सुख की प्राप्ति हो गई। जदों गरीब नवाज सतगुरां ने हिरदे अंदर नाम दृढ़ा दिता है, ये महाराज सच्चे पातशाह जी की वडियाई है। आसा महला पंजवा, जहाँ पठावो तह तह जाई। हजूर कहते हे परमात्मा, जिथे भी आप जी सानू भेजते हो ना, साडी परारब्ध अनुसार उथे उथे असीं जांदे हाँ। जीवन के अंदर कई बार मनुख बहुत कुछ सोचता है कि मैं इवें करना है, इस ढंग दे नाल मैं इत्थे जाना है, पर महाराज कहते हुंदा ओह कुछ जो परमात्मा नूं पाउंदा है। मता कर पश्चिम कै ताई पूर्व हीले जात। भावें सम्राट तां कीती सी, माता तां यह पकाया सीगा कि मैं पूर्वली दिशा वाल जाना, पर वाहिगुरू नूं नहीं पाया तो पश्चिम की दिशा वाल जीव नूं लै जांदा है। इस करके महाराज कहते कि हे परमात्मा, जिथे आप जी सानू पठावो भेजदे उथे उथे असीं जांदे हाँ। जिथे जिथे महाराज साडा दाना पानी लिखिया, जिथे किते परमात्मा साडा पूर्वले कर्मां दा बीज बीजिया होया खिल रहा, महाराज उन्हूं वड्ढण दे वास्ते, वो फल नूं भोगण दे वास्ते असीं उथे उथे ही जाना करदे हाँ। महाराज हजूर दे वचन आउंदे हन, नक नथ खसम हथ किरत धक्के दे, जहाँ दाने तहाँ खाने नानका सच है। महाराज कहते ये सच है, ये हकीकत है। पूर्वले जीव के कर्मां दे बीजे हुए जिहड़े बीज उन्होंने भोगण दे वास्ते ये पूर्वले किरत का प्रेरिया होया जीव उत्थे उत्थे जांदा है जिथे परमात्मा भेजदा है। जो तुम देहो सोई सुख पाई। हे परमात्मा, जीवन में साडी प्रारब्ध अनुसार जो कुछ सानू दे रहे हो, ਉਹਦੇ ਵਿੱਚ महाराज असां ने सुख पाया है। ये साध संगत जी गुरमुखां दा जीवन है। परमात्मा बहुते मायकी सुख दे देवे, थोड़े दे देवे,
ਭਾਵੇਂ ਬੜੀ ਗਰੀਬੀ ਵੀ ਪ੍ਰਮਾਤਮਾ ਜੀਵਨ ਵਿੱਚ ਬਖਸ਼ਿਸ਼ ਕਰ ਦਿੰਦਾ ਹੈ, ਪਰ ਗੁਰਮੁਖ ਜਨ ਫੇਰ ਵੀ ਉਹਦੇ ਵਿੱਚ ਸੁੱਖ ਮੰਨ ਕੇ ਪ੍ਰਮਾਤਮਾ ਨੂੰ ਇਕਚਿਤ ਹੋ ਕਰਕੇ ਯਾਦ ਕਰਦੇ ਹਨ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ ਜਿਸ ਹਿਰਦੇ ਅੰਦਰ ਪ੍ਰਮਾਤਮਾ ਨੇ ਸਬਰ ਸੰਤੋਖ ਦੀ ਦਾਤ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਸਨਮੁਖ ਹੋ ਕੇ ਬੇਨਤੀਆਂ ਕਰਦੇ ਨੇ, ਪ੍ਰਮਾਤਮਾ ਜੋ ਤੁਮ ਦੇਹੁ ਸੋਈ ਸੁਖ ਪਾਈ। ਮਹਾਰਾਜ ਜੋ ਵੀ ਆਪ ਦੀ ਜੀਵਨ ਵਿੱਚ ਸਾਨੂੰ ਪਰਾਰਬਧ ਅਨੁਸਾਰ ਦਿੰਦੇ ਉਹਦੇ ਵਿੱਚ ਹੀ ਅਸਾਂ ਨੇ ਸੁਖ ਮੰਨਿਆ ਹੈ, ਭਾਵੇਂ ਥੋੜੀ ਦਾਤ ਹੈ ਭਾਵੇਂ ਬਹੁਤੀ ਹੈ, ਇਹਦੇ ਵਿੱਚ ਹੀ ਮਹਾਰਾਜ ਅਸਾਂ ਨੇ ਆਤਮਿਕ ਸੁਖ ਮੰਨਿਆ ਹੈ। ਸਦਾ ਚੇਰੇ ਗੋਬਿੰਦ ਗੋਸਾਈ। ਗੋਬਿੰਦ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ, ਸਭ ਜੀਵਾਂ ਦਾ ਮਾਲਕ, ਗੋ ਇੰਦਰੀਆਂ ਨੂੰ ਪ੍ਰਕਾਸ਼ਣ ਵਾਲਾ, ਇੰਦਰੀਆਂ ਨੂੰ ਚਲਾਉਣ ਵਾਲਾ ਐਸਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਅਸੀਂ ਚੇਲੇ ਹਾਂ। ਮਹਾਰਾਜ ਅਸੀਂ ਦਾਸ ਰਿਹਾ। ਤੁਮਰੀ ਕਿਰਪਾ ਤੇ ਤ੍ਰਿਪਤ ਅਕਾਲੀ। हे ਪ੍ਰਮਾਤਮਾ ਤੁਹਾਡੀ ਕਿਰਪਾ ਕਰਕੇ ਹੀ ਮਨ ਕਰਕੇ ਤ੍ਰਿਪਤ ਹੋ ਗਏ ਹਾਂ। ਕੋਈ ਵੀ ਮਨ ਦੇ ਅੰਦਰ ਹੁਣ ਆਸਾ ਤ੍ਰਿਸ਼ਨਾ, ਕੋਈ ਸੰਸਾਰ ਦੇ ਸੁੱਖਾਂ ਦਾ ਕੋਈ ਫੁਰਨਾ ਨਹੀਂ ਫੁਰਦਾ, ਕੋਈ ਸੰਕਲਪ ਨਹੀਂ ਸੰਸਾਰ ਦੇ ਸੁੱਖਾਂ ਦਾ ਮਨ ਦੇ ਅੰਦਰ ਪੈਦਾ ਹੁੰਦਾ। ਮਨ ਕਰਕੇ ਵੀ ਤ੍ਰਿਪਤ ਹੋ ਗਏ ਹਾਂ, ਤਨ ਕਰਕੇ ਵੀ ਮਹਾਰਾਜ ਅਗਾਈ ਰੱਜ ਗਏ ਹਾਂ। ਕੋਈ ਸੰਸਾਰ ਦੇ ਸੁੱਖ ਚਿੱਤ ਨੂੰ ਭਾਵਦੇ ਨਹੀਂ ਹਨ, ਕਿਉਂਕਿ ਪ੍ਰਮਾਤਮਾ ਜੇ ਕਿਰਪਾ ਕਰ ਦਿੰਦਾ ਹੈ ਤੇ ਹਜੂਰ ਕਹਿੰਦੇ ਜੀਵ ਦੇ ਹਿਰਦੇ ਅੰਦਰ ਸਬਰ ਸੰਤੋਖ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਤੇ ਸੰਤੋਖੀ ਪੁਰਖ ਜੈਸਾ ਕੋਈ ਸੰਸਾਰ ਦੇ ਅੰਦਰ ਸੁਖੀ ਨਹੀਂ ਹੋ ਸਕਦਾ। ਜੋ ਸੁਖ ਪ੍ਰਮਾਤਮਾ ਨੇ ਸੰਤੋਖੀ ਮਨੁੱਖ ਦੇ ਹਿਰਦੇ ਅੰਦਰ ਬਖਸ਼ਿਆ ਨਾ, ਸਬਰ ਸੰਤੋਖ ਵਾਲੇ ਨੂੰ, ਉਹ ਸੰਸਾਰ ਦਾ ਰਾਜਾ ਮਹਾਰਾਜਾ ਬਾਦਸ਼ਾਹ ਵੀ ਐਸਾ ਸੁਖ ਨਹੀਂ ਮਾਣ ਸਕਦਾ। ਤੇ ਮਹਾਰਾਜ ਤਾਂ ਹੀ ਤਾਂ ਸਤਿਗੁਰੂ ਜੀ ਨੇ ਬਚਨ ਕਹੇ ਹਨ ਗੁਰਬਾਣੀ ਅੰਦਰ, ਬਿਨਾ ਸੰਤੋਖ ਨਹੀਂ ਕੋ ਰਾਜੈ। ਮਹਾਰਾਜ ਕਹਿੰਦੇ ਸੰਤੋਖ ਤੋਂ ਬਿਨਾ ਕੋਈ ਰੱਜ ਨਹੀਂ ਸਕਦਾ, ਤੇ ਜਿਸ ਹਿਰਦੇ ਦੀ ਤ੍ਰਿਪਤੀ ਨਾ ਹੋਵੇ ਉਹ ਕਦੇ ਸੁਖੀ ਵੀ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, हे ਪ੍ਰਮਾਤਮਾ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ। ਮਹਾਰਾਜ ਐਸ ਲੋਕ ਕਰਕੇ ਵੀ ਤ੍ਰਿਪਤ ਹੋ ਗਏ ਹਾਂ। ਫਿਰ ਮਹਾਰਾਜ ਇੱਥੇ ਹੀ ਬਸ ਨਹੀਂ, ਸਵਰਗ ਆਦਿਕ ਦੇ ਬ੍ਰਹਮ ਆਦਿਕ ਦੇ ਸੁੱਖਾਂ ਵੱਲੋਂ ਵੀ ਅਗਾਈ ਰੱਜ ਗਏ ਹਾਂ। ਵਿਸ਼ਰਾਮ ਦੇ ਕੇ ਹਜੂਰ ਫਰਮਾਉਂਦੇ ਹਨ, हे ਪ੍ਰਮਾਤਮਾ ਆਪ ਜੀ ਦਾ ਹੀ ਬਖਸ਼ਿਆ ਹੋਇਆ ਅਸੀਂ ਪਦਾਰਥ ਛਕ ਰਹੇ ਹਾਂ। ਆਪ ਜੀ ਦੇ ਬਖਸ਼ੇ ਹੋਏ ਮਹਾਰਾਜ ਕੱਪੜੇ ਆਦਿਕ ਜਿੰਨੇ ਵੀ ਮਹਾਰਾਜ ਬਖਸ਼ਿਸ਼ ਕੀਤੀਆਂ ਦਾਤਾਂ ਨੇ ਪਹਿਨ ਰਹੇ ਹਾਂ। ਜੋ ਕੁਝ ਵੀ ਜੀਵਨ ਵਿੱਚ ਮਹਾਰਾਜ ਖਾਣ ਲਈ ਪਹਿਨਣ ਲਈ ਪ੍ਰਾਪਤ ਹੋਇਆ ਤੁਹਾਡੀ ਕਿਰਪਾ ਕਰਕੇ ਪ੍ਰਾਪਤ ਹੋਇਆ। ਪਰ ਅਸੀਂ ਦਾਅਵਾ ਕਰਦੇ ਹਾਂ ਨਹੀਂ ਜੀ ਇਹ ਮੈਂ ਕਮਾਇਆ, ਇਹ ਤਾਂ ਮੇਰੇ ਧਨ ਪਦਾਰਥ ਹਨ, ਇਹ ਤਾਂ ਮੇਰੇ ਸਾਥ ਸੰਸਾਰ ਦੇ ਅੰਦਰ ਧਨ ਪਦਾਰਥ ਜ਼ਮੀਨਾਂ ਜਾਇਦਾਦਾਂ ਦੌਲਤ ਹੈ, ਕੱਪੜੇ ਆਦਿਕ ਸਭ ਕੁਝ ਆਪਣਾ ਹੀ ਦਾਅਵਾ ਕਰਦੇ ਰਹਿੰਦੇ ਹਾਂ। ਪਰ ਜੋ ਗੁਰਮੁਖਾਂ ਦਾ ਨਿਸ਼ਚੈ ਸਤਿਗੁਰੂ ਜੀ ਕਹਿੰਦੇ ਤੁਮਰਾ ਦੀਆ ਪਹਿਨੋ ਖਾਈ। ਮਹਾਰਾਜ ਆਪ ਜੀ ਨੇ ਦਾਤਾਂ ਬਖਸ਼ਿਸ਼ ਕੀਤੀਆਂ ਤਾਂ ਹੀ ਅਸੀਂ ਖਾਂਦੇ ਪਹਿਨਦੇ ਹਾਂ। ਨਾ ਜੀਵਨ ਦੇ ਵਿੱਚ ਦਾਰ ਦਿੰਦੇ ਤੇ ਮਹਾਰਾਜ ਕਿੱਥੋਂ ਖਾਣੇ ਸਨ ਪਦਾਰਥ, ਤਰ੍ਹਾਂ ਤਰ੍ਹਾਂ ਦੇ ਪਦਾਰਥ, ਕਿਵੇਂ ਤਰ੍ਹਾਂ ਤਰ੍ਹਾਂ ਦੇ ਤਨ ਦੇ ਉੱਪਰ ਕੱਪੜੇ ਧਾਰਨ ਕਰਨੇ ਸਨ। ਇਹ ਪਰਮੇਸ਼ਰ ਆਪ ਜੀ ਦੀ ਬਖਸ਼ੀਆਂ ਹੋਈਆਂ ਦਾਤਾਂ ਹਨ। ਤਉ ਪ੍ਰਸਾਦ ਪ੍ਰਭ ਸੁਖੀ ਵਲਾਈ। ਤਉ ਪ੍ਰਸਾਦ ਪਰਮੇਸ਼ਰ ਆਪ ਜੀ ਦੀ ਕਿਰਪਾ ਕਰਕੇ ਜੀਵਨ ਜਿਹੜਾ ਨਾ ਬੜਾ ਸੁੱਖਾਂ ਦੇ ਨਾਲ ਵਲਾਈ ਬਤੀਤ ਕਰ ਰਹੇ ਹਾਂ। ਵਲਾਈ ਬੜੀ ਸੁੰਦਰਤਾ ਸਹਿਤ ਹੋ ਕਰਕੇ ਬੜੇ ਸੋਹਣੇ ਢੰਗ ਦੇ ਨਾਲ ਮਹਾਰਾਜ ਜੀਵਨ ਸੁੱਖਾਂ ਦੇ ਸਹਿਤ ਬਤੀਤ ਹੁੰਦਾ ਪਿਆ। ਪ੍ਰਮਾਤਮਾ ਆਪ ਜੀ ਦੀ ਕਿਰਪਾ ਕਰਕੇ ਮਨ ਤਨ ਅੰਤਰ ਤੁਝੈ ਧਿਆਈ। हे ਪ੍ਰਮਾਤਮਾ ਮਨ ਕਰਕੇ ਵੀ ਆਪ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਦੇ ਹਾਂ, ਤਨ ਕਰਕੇ ਵੀ ਮਹਾਰਾਜ ਆਪ ਜੀ ਦਾ ਹੀ ਸੀ ਧਿਆਨ ਧਾਰਦੇ ਹਾਂ। ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਵਾਹਿਗੁਰੂ ਆਪ ਜੀ ਦੇ ਚਰਨਾਂ ਦਾ ਧਿਆਨ ਧਾਰਿਆ ਹੈ। ਤੁਮਰਾ ਲਵੈ ਨਾ ਕੋ ਲਾਈ। ਕਿਉਂਕਿ ਤੁਹਾਡੇ ਬਰਾਬਰ ਕੋਈ ਸੰਸਾਰ ਦੇ ਅੰਦਰ ਲਾਇਆ ਨਹੀਂ ਲੱਗ ਸਕਦਾ। ਭਾਵੇਂ ਜਿੰਨਾ ਮਰਜ਼ੀ ਕੋਈ ਮਨੁੱਖ ਯਤਨ ਕਰੀ ਜਾਵੇ ਕਿ ਪ੍ਰਮਾਤਮਾ ਜੈਸਾ ਕੋਈ ਸੰਸਾਰ ਦੇ ਅੰਦਰ ਇਹ ਸ਼ਕਤੀ ਹੈ
ਕਿਹਦੀ ਬਰਾਬਰਤਾ ਕਰਕੇ ਦੱਸਿਆ ਜਾ ਸਕਦਾ? ਕੋਈ ਹੈ ਹੀ ਨਹੀਂ ਹੈ, ਨਾ ਕੋਈ ਹੋ ਸਕੇਗਾ। ਇਸ ਕਰਕੇ ਤੁਮਰੈ ਲਵੈ, ਮਹਾਰਾਜ ਤੁਹਾਡੇ ਸਮਸ ਕਿਸ ਨੂੰ ਲਾਇਆ ਜਾ ਸਕਦਾ? ਨਾ ਕੋ ਲਾਈ, ਕਿਉਂਕਿ हे परमात्मा आप जैसा कोई संसार अंदर दूजा है ही नहीं है। हे परमात्मा आप जी की उपमा तुहानू बन आउंदी है। हे परमेश्वर आप जैसा कोई संसार के अंदर शक्तिशाली, फिर सब तो परम वडियाइयां वाला, बेअंत गुणा वाला कोई दूजा होवे तां ही महाराज आप जी के बराबर लाया जा सकता है। किसी भी संसार की दैवी शक्ति किसी पुरख नूं तुहाडे बराबर महाराज नहीं लाया जा सकता, क्योंकि जैसा तू तैसा तू ही क्या उपमा दीजै। होर कोई तुहाडे जैसा होवे तां ही उहदी उपमा आप जी दे नाल करिए कि परमात्मा ऐसा है, अकाल पुरख वाहिगुरू ऐसा है। एक पक्षी दृष्टान दे करके समझाने मात्र जरूर कहा जाता कि परमात्मा आकाश वर्गा सर्व व्यापक है, पर आकाश भी घटदा वधदा रहिंदा है, किहड़ा सदा रहिंदा है। जदों आकाश नहीं सी परमात्मा उदों भी सी। आकाश ते परमात्मा की शक्ति करके इहदा आकार बनिया है। फिर हे परमात्मा तू धरती वर्गा धीरज धारी है। ये धरती भी किहड़ा साध संगत जी सदा रहन वाली है। फिर परमात्मा पानी वर्गा तेरा उज्जल स्वरूप है, तो पानी तो कदे सीरा तो कदे ताता, कदे ठंडा कदे तत्ता हो जाता है, पर परमात्मा एको जिहा रहिंदा है। हे परमात्मा हवा वर्गा आप जी का स्वरूप है, हवा भी घटदी वधदी रहिंदी है। इस करके महाराज कहते एक पक्षी दृष्टान दे करके वाहिगुरू के गुण जरूर गाए जा सकते हैं, समझाया जरूर जा सकता है, पर परमात्मा जैसा समग्र रूप दे विच कह देना ये नामुमकिन है। महाराज धन गुरु अर्जन देव साहिब पातशाह कहते तुमरै लवै न को लाई। हे परमात्मा आप जैसा कौन है जो तुहाडे समस्त लाया जा सकता है? कोई भी संसार अंदर नहीं है, ना होवेगा। कहो नानक नित इवै प्यारी। सतगुरु जी आख रहे हैं निता प्रति हे जीव इउं परमात्मा नूं ध्याया कर। गत होवै संत है लाभ पाई। जिस करके तेरी गात मुक्ति हो जावे, संतां दे संगत दे विच जुड़ने करके, पाई चरणी लगने करके, सतपुरुषां दी संगत विच चरणां दे नाल जुड़ने करके, निम्रतावान हो करके संतां दे चरणां दी धूड़ी बनने करके तेरी मुक्ति हो जावेगी। इउं परमात्मा नूं ध्याया कर, सतसंगत विच जुड़ के परमेश्वर दा सिमरन करिया कर। हे जीव तेरी मुक्ति हो जावेगी, क्योंकि महाराज ने सतसंगत नूं मान बख्शिश कीता है। भावें जिन्ना मर्जी वड्डा कोई हथियारा, कोई पापी होवे, गुनहगार होवे, जे महाराज सच्चे पातशाही की सतसंगत विच आके जुड़दा उहदा भी उद्धार हो जाता है। किन्ने किन्ने पापियां दा जीवन महाराज साहब जी ने गुरबाणी विच भी उन्हां दा जिक्र कर दिता है। ते जे साध संगत की प्राप्ति हो गई उन्हां दा भी परमात्मा ने उद्धार कर दिता है। सो इसलिए पातशाह जी कहते हैं हे प्राणा धारी जीव सतपुरुषों की संगत भी जुड़ना करके, परमेश्वर के प्यारिਆਂ ਦੇ चरणी लगने करके तेरा उद्धार हो जाएगा। आसा महला पंजवा। उठत बैठत सोवत ध्याइयै। धन गुरु अर्जन देव साहिब महाराज उपदेश देंदे ਹਨ हे प्राणा धारी जीव उठदियां बਹਿੰਦਿਆਂ हर समय अकाल पुरख परमेश्वर ਨੂੰ ਧਿਆਉਣਾ ਚਾਹੀਦਾ है। ऊठत बैठत सोवत ध्याइयै। सौंदिया होया विश्राम करदियां भी रब नूं चेते करना चाहिए। पर असीं साध संगत जी ते शंका करते हाँ जी बहुता नाम नहीं जपना चाहिए, बहुती गुरबाणी नहीं पढ़नी चाहिए, ये तो केवल समझण दे वास्ते, बहुती गुरबाणी पढ़न का कोई फायदा नहीं है। ये जेड़े शंकावादी जीव है ना उन्हां दे साध संगत जी इदां दे विचार है। जेड़े आप गुरु चरणों नालों टुटे हुए शरधा तो हीणे है, वो ऐसा प्रचार कर करके जेड़े जुड़े हो उन्होंने तोड़न का यत्न करते रहते हैं। पर सतगुरु जी नालों वड्डा कोई सियाणप वाला तो नहीं है ना। महाराज सच्चे पातशाह सतगुरु जी आख रहे हैं उठत बैठत सोवत ध्याइयै। हे जीव उठदियां भी बਹਿੰਦਿਆਂ भी
ਸੋਵਤ ਸੌਂਦਿਆਂ ਵਿਸ਼ਰਾਮ ਕਰਦਿਆਂ ਵੀ ਪ੍ਰਮਾਤਮਾ ਨੂੰ ਧਿਆਉਣਾ ਚਾਹੀਦਾ। ਉੱਠਦਿਆਂ ਜੇਕਰ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਵੀ ਉੱਠਦਾ ਹੈ ਜਾਂ ਫਿਰ ਸੌਂਦਾ ਵਿਸ਼ਰਾਮ ਕਰਨ ਲੱਗਿਆ ਵੀ ਪਰਮੇਸ਼ਰ ਦਾ ਨਾਮ ਜਪਣਾ, ਇਹ ਮਹਾਰਾਜ ਸਾਹਿਬ ਜੀ ਨੇ ਗੁਰੂ ਘਰ ਦੀ ਮਰਜ਼ਾਦਾ ਬੱਧੀ ਹੋਈ ਹੈ। ਸਿੱਖ ਦੇ ਵਾਸਤੇ ਮਰਜ਼ਾਦਾ ਗੁਰੂ ਘਰ ਦੇ ਵਿੱਚ ਜੋ ਗੁਰਮਤਿ ਦੀ ਸਾਧ ਸੰਗਤ ਜੀ ਰਹਿਣੀ ਹੈ ਕਿ ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠ ਕਰਕੇ ਵੀ ਇਸ਼ਨਾਨ ਪਾਨ ਕਰਕੇ ਨਿਤਨੇਮ ਕਰਨਾ ਤੇ ਸੌਣ ਲੱਗਿਆਂ ਵੀ ਕੀਰਤਨ ਸੋਹਲੇ ਗੁਰਬਾਣੀ ਦਾ ਜਾਪ ਕਰਨਾ, ਇਹ ਸਤਿਗੁਰੂ ਜੀ ਨੇ ਸਿੱਖ ਦੀ ਮਰਜ਼ਾਦਾ ਕਾਇਮ ਕੀਤੀ ਹੋਈ ਹੈ। ਔਰ ਹਜੂਰ ਵੀ ਉਪਦੇਸ਼ ਦਿੰਦੇ ਆ, ਊਠਤ ਬੈਠਤ ਸੋਵਤ ਧਿਆਈਐ। ਇਹ ਜੀਵ ਉੱਠਦਿਆਂ ਬਹਿੰਦਿਆਂ ਸੌਂਦਿਆਂ ਸਭ ਥਾਵਾਂ ਤੇ ਬਹਿੰਦਿਆਂ ਸਤ ਸੰਗਤ ਦੇ ਵਿੱਚ ਬੈਠ ਕੇ ਵੀ ਪ੍ਰਮਾਤਮਾ ਨੂੰ ਧਿਆਉਣਾ ਕਰ। ਮਾਰਗ ਚਲਤ ਹਰੇ ਹਰਿ ਗਾਈਐ। ਤੇ ਮਾਰਗ ਰਸਤੇ ਤੇ ਚੱਲਦਿਆਂ ਹੋਇਆਂ ਵੀ ਹਰੀ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ। ਪਰਮੇਸ਼ਰ ਦੇ ਗੁਣਾਂ ਨੂੰ ਹਰ ਸਮੇਂ ਉਚਾਰਨ ਕਰਦਾ ਰਿਹਾ ਕਰ। ਰਸਤੇ ਤੇ ਚੱਲਦਾ ਵੀ ਹੈ ਨਾ ਤਾਂ ਵੀ ਪ੍ਰਮਾਤਮਾ ਦੇ ਗੁਣ ਗਾਇਆ ਕਰ। ਭਾਵ ਕਿ ਹਰ ਸਮੇਂ ਪ੍ਰਮਾਤਮਾ ਦਾ ਸਿਮਰਨ ਕਰਨਾ, ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰਨਾ, ਪ੍ਰਮਾਤਮਾ ਦੇ ਉਪਕਾਰਾਂ ਨੂੰ ਚੇਤੇ ਕਰਨਾ, ਪਰਮੇਸ਼ਰ ਦਾ ਨਾਮ ਜਪਣਾ, ਵਾਹਿਗੁਰੂ ਦੀ ਬੰਦਗੀ ਕਰਨੀ, ਕਿਸੇ ਨਾ ਕਿਸੇ ਢੰਗ ਦੇ ਨਾਲ ਹਰ ਸਮੇਂ ਰੱਬ ਨੂੰ ਚੇਤੇ ਕਰਿਆ ਕਰ। ਜੈਸਾ ਕਿ ਗੁਰਮੁਖਾਂ ਦੇ ਜੀਵਨ ਦੇ ਵਿੱਚ ਆਇਆ, ਸਤਿਗੁਰੂ ਜੀ ਦੇ ਅਸੀਂ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਬਚਨ ਪੜ੍ਹਦੇ ਆ ਨਾ, ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਇਹ ਵਾਹਿਗੁਰੂ ਦੇ ਦਾਸਾਂ ਦਾ, ਪਰਮੇਸ਼ਰ ਦੇ ਜਨਾਂ ਦਾ ਜੀਵਨ ਹੈ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਸਮੇਂ ਰੱਬ ਨੂੰ ਚੇਤੇ ਕਰਦੇ ਆ। ਉੱਠਦਿਆਂ ਬਹਿੰਦਿਆਂ ਚੱਲਦਿਆਂ ਫਿਰਦਿਆਂ ਵੀ ਜੋ ਰੱਬ ਨੂੰ ਚੇਤੇ ਕਰਦੇ ਆ ਨਾ, ਉਹਨਾਂ ਨੂੰ ਸੁਭਾਵਿਕ ਸੁਪਨੇ ਵਿੱਚ ਬਰੜਾ ਕੇ ਵੀ ਰੱਬ ਹੀ ਚੇਤੇ ਆਉਂਦਾ ਰਹਿੰਦਾ। ਉਹ ਸੁਪਨੇ ਵਿੱਚ ਬਰੜਾ ਕੇ ਸੁੱਤਿਆਂ ਵੀ ਪ੍ਰਮਾਤਮਾ ਨੂੰ ਚੇਤੇ ਕਰ ਰਹੇ ਹੁੰਦੇ ਆ। ਜਿਨ੍ਹਾਂ ਦੇ ਬਾਬਤ ਭਗਤ ਰਸਨਾ ਦੁਆਰਾ ਮਹਾਰਾਜ ਜੀ ਨੇ ਉਚਾਰਨ ਕੀਤਾ ਨਾ, ਕਬੀਰ ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ, ਤਾ ਕੇ ਪੱਗ ਕੀ ਪਨ ਹੀ ਮੇਰੇ ਤਨ ਕੋ ਚਾਮ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਡੇ ਤਨ ਦਾ ਜੋੜਾ ਬਣਾ ਕੇ ਨਾ, ਜੁੱਤੀ ਬਣਾ ਕੇ ਉਹ ਸਿੱਖ ਦੇ ਚਰਨੀ ਪਾ ਦੇਵੋ, ਉਹ ਵਡਭਾਗੇ ਪੁਰਖ ਦੇ ਪੈਰੀ ਪਾ ਦੇਵੋ, ਜੋ ਸੁਪਨੇ ਵਿੱਚ ਬਰੜਾ ਕੇ ਵੀ ਰੱਬ ਨੂੰ ਚੇਤੇ ਕਰਦਾ ਹੈ। ਤੇ ਚੇਤੇ ਉਹੋ ਹੀ ਕਰਦਾ ਜੋ ਉੱਠਦਿਆਂ ਬਹਿੰਦਿਆਂ ਚੱਲਦਿਆਂ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ। ਸ਼ਰਵਣ ਸੁਨੀਜੈ ਅੰਮ੍ਰਿਤ ਕਥਾ। ਮਹਾਰਾਜ ਉਪਦੇਸ਼ ਦੇ ਰਹੇ ਹਨ, ਹੇ ਗੁਰਸਿੱਖੋ, ਇਹਨਾਂ ਕੰਨਾਂ ਦੇ ਨਾਲ ਪ੍ਰਮਾਤਮਾ ਦੀ ਅੰਮ੍ਰਿਤਮਈ ਕਥਾ ਨੂੰ ਸੁਣਨਾ ਕਰੋ, ਜੋ ਵਾਹਿਗੁਰੂ ਦੀ ਸਾਖਿਆਤਤਾ ਕਰਾਉਣ ਵਾਲੀ, ਐਸੀ ਅੰਮ੍ਰਿਤਮਈ ਅਮਰ ਕਰ ਦੇਣ ਵਾਲੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ੍ਰੇਸ਼ਟ ਤੇ ਸਭ ਤੋਂ ਉੱਤਮ ਕਥਾ ਹੈ। ਇਹਨੂੰ ਕੰਨਾਂ ਦੇ ਨਾਲ ਸੁਣਨਾ ਕਰੋ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੁਆਰਾ ਸਰਵਣ ਕਰਿਆ ਕਰੋ। ਜਿਨ੍ਹਾਂ ਨੇ ਸਰਵਣ ਕੀਤੀ ਹੈ ਨਾ ਮਹਾਰਾਜ ਜੀ ਦੀ ਅੰਮ੍ਰਿਤਮਈ ਕਥਾ, ਹਜੂਰ ਨੇ ਉਚਾਰਨ ਕੀਤਾ, ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਉਹਨਾਂ ਨੇ ਸਾਧ ਸੰਗਤ ਜੀ ਮਹਾਨ ਉੱਚੇ ਤੇ ਪਾਵਨ ਜੀਵਨ ਵਾਲੇ ਬਣ ਜਾਣਾ ਕੀਤਾ, ਜਿਨ੍ਹਾਂ ਨੇ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਸੁਣੀ ਹੈ। ਉਹ ਪਾਪ ਕਰਮਾਂ ਤੋਂ ਰਹਿਤ ਹੋ ਗਏ ਹਨ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤਿਹ ਨਿਕਟ ਨ ਆਵੈ। ਜੀਵ ਦੇ ਨੇੜੇ ਦੁੱਖ ਨਹੀਂ ਆਉਂਦੇ, ਪਾਪ ਕਰਮ ਨਹੀਂ ਨੇੜੇ ਆ ਕਰਕੇ ਢੁਕਦੇ, ਜੇ ਮਹਾਰਾਜ ਦੀ ਅੰਮ੍ਰਿਤਮਈ ਕਥਾ ਸਰਵਣ ਕਰਦਾ ਹੈ। ਸ਼ਰਧਾ ਵਿਸ਼ਵਾਸ ਸਹਿਤ ਹੋ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਨੂੰ ਸੁਣਦਾ ਹੈ, ਜੀਵ ਦੇ ਪਾਪ ਦੁੱਖ ਸਭ ਦੂਰ ਹੋ ਜਾਂਦੇ ਹਨ। ਤਾਂ ਹੀ ਤਾਂ ਮਹਾਰਾਜ ਕਹਿੰਦੇ ਹਨ, ਸਭ ਤੇ ਉੱਤਮ ਹਰ ਕੀ ਕਥਾ। ਇਹ ਸਭ ਤੋਂ ਉੱਤਮ ਹੈ, ਸਭ ਤੋਂ ਪਰਮ ਹੈ। ਜਿਸ ਕਥਾ ਨੂੰ ਸੁਣਨੇ ਕਰਕੇ ਜੀਵ ਦਾ ਜੀਵਨ ਵੀ ਜਿਹੜਾ ਉੱਤਮ ਹੋ ਜਾਂਦਾ ਹੈ। ਮਹਾਰਾਜ ਜੀ ਦੀ ਅੰਮ੍ਰਿਤਮਈ ਕਥਾ ਜਿਵੇਂ ਜਿਵੇਂ ਸੁਣਦਾ ਤਿਵੇਂ ਤਿਵੇਂ ਮਨ ਦੇ ਵੀ ਸਾਧ ਸੰਗਤ ਜੀ ਪ੍ਰਤੀਤ ਭਰੋਸਾ ਵੱਧਦਾ ਜਾਂਦਾ ਹੈ ਕਿ ਗਰੀਬ ਨਵਾਜ ਸਤਿਗੁਰੂ ਜੀ ਦੇ ਨਾਮ ਜਪਣ ਦੀ ਕਿੰਨੀ ਮਹਾਨ ਵਡਿਆਈ ਹੈ। ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਨੇ ਦਾ ਕਿੰਨਾ ਵੱਡਾ ਮਹਾਤਮ ਹੈ। ਸਤ ਸੰਗਤ ਦੀ ਸੇਵਾ ਕਰਨੇ ਦਾ, ਜੋੜੇ ਝਾੜਨੇ, ਲੰਗਰ ਆਦਿਕ ਤਿਆਰ ਕਰਨਾ, ਬਰਤਨ ਮਾਂਜਣੇ ਜਾਂ ਗੁਰੂ ਕੇ ਬਚਨ ਨੂੰ ਸਤ ਕਰਕੇ ਮੰਨਣਾ, ਇਹਦੇ ਸਮਾਨ ਕੋਈ ਦੁਨੀਆ ਦੀ ਸੇਵਾ ਨਹੀਂ ਹੈ। ਮਹਾਰਾਜ ਜੀ ਦੇ ਅੰਮ੍ਰਿਤਮਈ ਉਪਦੇਸ਼ ਦੁਆਰਾ, ਕਥਾ ਦੁਆਰਾ ਹੀ ਜੀਵ ਨੂੰ ਸੋਝੀ ਆਉਂਦੀ ਹੈ
ਕਿ ਗਰੀਬ ਨਵਾਜ ਸਤਿਗੁਰੂ ਜੀ ਦਾ ਬਚਨ ਸਤ ਕਰਕੇ ਮੰਨਿਆ ਜਾਵੇ ਤੇ ਕਿੰਨੀਆਂ ਮਹਾਨ ਮਹਾਰਾਜ ਬਖਸ਼ਿਸ਼ਾਂ ਕਰ ਦਿੰਦੇ ਹਨ। ਇਸ ਲਈ ਹਜੂਰ ਬਖਸ਼ਿਸ਼ ਕਰਦੇ ਐ ਸ਼ਰਵਨ ਸੁਨੀਜੈ ਅੰਮ੍ਰਿਤ ਕਥਾ। हे ਜੀਵ, ਇਹਨਾਂ ਕੰਨਾਂ ਨੂੰ ਸਫਲੀਆਂ ਕਰਨ ਦੇ ਵਾਸਤੇ ਮਹਾਰਾਜ ਦੀ ਅੰਮ੍ਰਿਤਮਈ ਕਥਾ ਸੁਣਿਆ ਕਰ। ਜਾਸ ਸੁਨੀ ਮਨ ਹੋਏ ਆਨੰਦਾ। ਜਾਸ ਜਿਨ੍ਹਾਂ ਨੇ ਇਹ ਕਥਾ ਨੂੰ ਸੁਣਿਆ ਹੈ ਉਹਨਾਂ ਦੇ ਮਨ ਦੇ ਵਿੱਚ ਆਨੰਦ ਪ੍ਰਾਪਤ ਹੋਇਆ ਹੈ। ਇੱਕ ਰਸ ਵਾਹਿਗੁਰੂ ਦੀ ਪ੍ਰਾਪਤੀ ਦਾ, ਪਰਮੇਸ਼ਰ ਦਾ ਘਣਾ ਆਨੰਦ ਮਿਲਿਆ ਹੈ। ਦੁਖ ਰੋਗ ਮਨ ਸਗਲੇ ਲਥਾ। ਮਨ ਦੇ ਜਿੰਨੇ ਵੀ ਦੁੱਖ ਸਨ, ਰੋਗ ਸਨ, ਸਾਰੇ ਲੱਥ ਗਏ। ਐਸੀ ਅੰਮ੍ਰਿਤਮਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਵਿੱਚ ਸ਼ਕਤੀ ਹੈ। ਐਸੀ ਅੰਮ੍ਰਿਤਮਈ ਮਹਾਰਾਜ ਜੀ ਦੀ ਉੱਤਮ ਕਥਾ ਦੀ ਸਾਧ ਸੰਗਤ ਜੀ ਵਡਿਆਈ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਕਥਾ ਸੁਣ ਲਈ ਉਹਨਾਂ ਦੇ ਦੁੱਖ ਝੋਰੇ ਵੀ ਲੱਥ ਗਏ ਹਨ। ਬਾਰ-ਬਾਰ ਜੋ ਮਨ ਦੇ ਅੰਦਰ ਝੋਰਾ ਹੀ ਬਣਿਆ ਰਹਿੰਦਾ ਸੀਗਾ ਕਿ ਮੇਰਾ ਕੌਣ ਸਹਾਇਕ ਬਣੇਗਾ, ਸੰਸਾਰ ਦੇ ਅੰਦਰ ਕੌਣ ਮੇਰਾ ਰੱਖਿਆ ਕਰਨ ਵਾਲਾ ਹੈ, ਮੇਰੇ ਪਰਿਵਾਰ ਦੀ ਪਰਵਰਿਸ਼ ਕਰਨ ਵਾਲਾ ਕੌਣ ਕਰਨ ਵਾਲਾ ਹੈ। ਮਹਾਰਾਜ ਕਹਿੰਦੇ ਜਦੋਂ ਅੰਮ੍ਰਿਤਮਈ ਕਥਾ ਸੁਣੀ ਹੈ ਨਾ, हे ਜੀਵ, ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ, ਕਿ ਪ੍ਰਮਾਤਮਾ ਸਭ ਥਾਵਾਂ ਤੇ ਜਿੰਨੇ ਵੀ ਸੰਸਾਰ ਭਰ ਦੇ ਜੀਵ ਆ ਉਹਨਾਂ ਦੀ ਪਰਵਰਿਸ਼ ਪਰਮੇਸ਼ਰ ਆਪ ਹੀ ਕਰਦਾ ਪਿਆ ਹੈ। हे ਪ੍ਰਾਣਾ ਤਾਰੇ ਜੀਵ, ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੈ। ਮਹਾਰਾਜ ਕਹਿੰਦੇ ਜਿਹੜੇ ਪਾਣੀ ਵਿੱਚ ਪੈਦਾ ਕੀਤੇ ਹੋਏ ਜੀਵ ਆ ਉਹਨਾਂ ਨੂੰ ਰੋਜੀ ਰੋਟੀ ਕੌਣ ਦਿੰਦਾ? ਉੱਥੇ ਨਾ ਤਾਂ ਕੋਈ ਹੱਟ ਚੱਲਦੀ ਹੈ, ਨਾ ਕੋਈ ਕਿਰਤ ਕਮਾਈ ਹੁੰਦੀ ਹੈ। ਪਰਮੇਸ਼ਰ ਉੱਥੇ ਵੀ ਉਹਨਾਂ ਦੀ ਪਰਵਰਿਸ਼ ਕਰੀ ਜਾ ਰਿਹਾ ਹੈ। ਜਦੋਂ ਐਸੀ ਅੰਮ੍ਰਿਤਮਈ ਕਥਾ ਸਤਿਗੁਰਾਂ ਤੋਂ ਸੁਣਦਾ ਹੈ ਫਿਰ ਮਨ ਦੀਆਂ ਚਿੰਤਾਵਾਂ ਵੀ ਦੂਰ ਹੋ ਜਾਂਦੀਆਂ ਹਨ ਔਰ ਵਿਕਾਰਾਂ ਰੂਪੀ ਚੰਬੜੇ ਹੋਏ ਰੋਗ ਵੀ ਜੀਰ ਦੇ ਲੱਥ ਜਾਂਦੇ ਹੈ। ਜੋ ਗਰੀਬ ਨਵਾਜ ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਸੁਣਦਾ ਹੈ, ਵਿਸ਼ਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਕਾਰਜ ਕਾਮ ਬਾਟ ਘਾਟ ਪੀਜੈ। ਤੇ ਮਹਾਰਾਜ ਕਿੰਨਾ ਕੁ ਸਮਾਂ ਨਾਮ ਜਪਣਾ ਚਾਹੀਦਾ, ਕਿਹੜੇ ਕਿਹੜੇ ਸਮੇਂ ਨਾਮ ਜਪਣਾ ਚਾਹੀਦਾ। ਹਜੂਰ ਕਹਿੰਦੇ ਹਨ ਕਿ ਕੋਈ ਵੀ ਦੁਨੀਆ ਦਾ ਕਾਰਜ ਕਰਨਾ ਹੋਵੇ, ਸਭ ਤੋਂ ਪਹਿਲਾਂ ਪਰਮੇਸ਼ਰ ਦਾ ਨਾਮ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਪਰਮੇਸ਼ਰ ਦਾ ਨਾਮ ਚੇਤੇ ਕਰਨਾ ਚਾਹੀਦਾ। ਕੋਈ ਵੀ ਦੁਨੀਆ ਦਾ ਕਾਰਜ ਕਰਨਾ ਹੋਵੇ। ਗਰੀਬ ਨਵਾਜ ਮਹਾਰਾਜ ਕਹਿੰਦੇ ਕਾਰਜ ਕਾਮ ਬਾਟ ਘਾਟ 'ਚ ਪੀਜੈ। ਬਾਟ ਕਹਿੰਦੇ ਰਸਤੇ ਨੂੰ, ਰਸਤੇ ਤੇ ਚੱਲਦਿਆਂ ਹੋਇਆਂ ਵੀ ਕਿਤੇ ਚੱਲਣਾ ਹੋਵੇ ਤਾਂ ਵੀ ਰੱਬ ਨੂੰ ਪਹਿਲਾਂ ਚੇਤੇ ਕਰੇ। ਤੇ ਘਾਟ ਨਾਮ ਤੀਰਥਾਂ ਦੇ ਘਾਟ ਇਸ਼ਨਾਨ ਕਰਨੇ ਦਾ। ਜੇ ਤੀਰਥ ਯਾਤਰਾ ਕਰਨੀ, ਤੀਰਥਾਂ ਤੇ ਇਸ਼ਨਾਨ ਕਰਨਾ, ਫਿਰ ਵੀ ਰੱਬ ਨੂੰ ਚੇਤੇ ਕਰੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਜਾਪ ਨੂੰ ਜਪੀਜੈ, ਜਪਣਾ ਕਰੇ। ਇਹ ਸਾਧ ਸੰਗਤ ਜੀ, ਇਹ ਗੁਰਮੁਖਾਂ ਦੇ ਜੀਵਨ ਦੀ ਇਹ ਨਿਸ਼ਾਨੀ ਹੈ। ਉਹਨਾਂ ਦਾ ਨਿਸ਼ਚਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸਤ ਕਰਕੇ ਮੰਨਦੇ ਆ। ਕਿਤੇ ਜਾਣਾ ਵੀ ਹੋਵੇ ਨਾ, ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਕਰਦੇ ਹਨ। ਗਰੀਬ ਨਵਾਜ ਮਹਾਰਾਜ ਵਿੱਚ ਜਾਮਨ ਹੋ ਜਾਂਦੇ ਹੈ। ਗਰੀਬ ਨਵਾਜ ਸਤਿਗੁਰੂ ਜੀ ਔਕੜਾਂ ਨੂੰ ਟਾਲ ਦਿੰਦੇ ਹਨ। ਪੈਣ ਵਾਲੇ ਵਿਘਨਾਂ ਦਾ ਨਾਸ਼ ਕਰਨ ਵਾਲੇ ਗਰੀਬ ਨਵਾਜ ਸਤਿਗੁਰੂ ਜੀ ਹਨ। ਕਿਉਂਕਿ ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾ ਕਉ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਸਾਧ ਸੰਗਤ ਜੀ, ਮੈਨੂੰ ਇੱਕ ਬਚਨ ਯਾਦ ਆਇਆ ਕਿ ਮੇਰੇ ਵਿਦਿਆ ਦਾਤੇ ਉਸਤਾਦ ਜੀ ਨੇ ਬਚਨ ਸੁਣਾਇਆ ਸੀ। ਕਹਿੰਦੇ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਆ ਰਹੇ ਸਨ। ਸ੍ਰੀ ਅਨੰਦਪੁਰ ਸਾਹਿਬ ਜੀ ਤੇ ਪਾਵਨ ਅਸਥਾਨਾਂ ਦੇ ਦਰਸ਼ਨ ਕਰਕੇ ਤੇ ਲਗਭਗ 17-18 ਕੋ ਸਿੰਘ ਸਨ ਗੱਡੀ ਦੇ ਵਿੱਚ। ਵੱਡੀ ਗੱਡੀ ਸੀ 407। ਉਹ ਸਿੰਘਾਂ ਦਾ ਜਥਾ ਆ ਰਿਹਾ ਸੀ ਦਰਸ਼ਨ ਕਰਕੇ। ਤੇ 2 ਸਿੰਘਾਂ ਨੇ ਆਉਣ ਲੱਗਿਆ ਤੋਂ ਅਰਦਾਸ ਨਹੀਂ ਸੀ ਕੀਤੀ। ਸਾਰੇ ਸਿੰਘਾਂ ਨੇ ਆਉਣ ਲੱਗਿਆ ਨਾ ਵਾਪਸ ਜਿੱਥੇ ਜਥੇ ਦਾ ਪੜਾਅ ਸੀਗਾ, ਸਾਰੇ ਸਿੰਘਾਂ ਨੇ ਅਰਦਾਸ ਕੀਤੀ ਸੀ ਮਹਾਰਾਜ ਜੀ ਤੋਂ ਆਗਿਆ ਲਈ। ਗਰੀਬ ਨਵਾਜ ਸਤਿਗੁਰੂ ਜੀ ਇਹ ਤੋਂ ਵਾਪਸ ਹੁਣ ਚਾਲੇ ਪਾਉਣੇ, ਆਪ ਕਿਰਪਾ ਕਰਕੇ ਅੰਗ ਸੰਗ ਸਹਾਈ ਹੋਣਾ। ਤੇ ਰਾਤ ਦਾ ਸਮਾਂ, ਸਾਧ ਸੰਗਤ ਕੋਈ ਜਾਨਵਰ ਹਨੇਰੇ ਵਿੱਚ ਅੱਗੇ ਆ ਕਰਕੇ ਉਹ ਭੁਲੇਖਾ ਪਿਆ। ਇੱਕਦਮ ਜਦੋਂ ਬ੍ਰੇਕ ਮਾਰੀ ਨਾ ਤੇ ਬਾਕੀ ਕਿਸੇ ਵੀ ਸਿੰਘਾਂ ਨੂੰ ਕੋਈ ਆਂਚ ਨਹੀਂ ਸੀ ਆਈ, ਗੱਡੀ ਪਲਟ ਗਈ ਸੀ।
ਗਰੀਬ ਨਵਾਜ ਸਤਿਗੁਰੂ ਜੀ ਨੇ ਰੱਖਿਆ ਕੀਤੀ। ਦੋ ਸਿੰਘਾਂ ਨੇ ਅਰਦਾਸ ਨਹੀਂ ਸੀ ਕੀਤੀ ਤੇ ਉਹਨਾਂ ਦਾ ਸਾਧ ਸੰਗਤ ਜੀ ਸਰੀਰ ਦਾ ਕਾਫੀ ਨੁਕਸਾਨ ਹੋਇਆ। ਮਹਾਰਾਜ ਪ੍ਰਤੱਖ ਸਤਿਗੁਰੂ ਜੀ ਕਿਰਪਾ ਕਰਕੇ ਰੱਖਿਆ ਕਰਦੇ ਹੈ। ਔਰ ਇਸ ਲਈ ਇਹ ਸਿੰਘਾਂ ਦਾ ਗੁਰਮੁਖ ਜਨਾਂ ਦਾ ਸਾਧ ਸੰਗਤ ਜੀ ਨਿਸ਼ਚਾ ਹੁੰਦਾ ਹੈ। ਹਰ ਸਮੇਂ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕਰਦੇ ਆ। ਕਿਤੇ ਵੀ ਜਾਣਾ ਹੋਵੇ ਨਾ ਜਾਂ ਕੋਈ ਕਾਰਜ ਕਰਨਾ ਹੋਵੇ, ਸਭ ਤੋਂ ਪਹਿਲਾਂ ਬੇਨਤੀ ਕਰਦੇ ਨੇ, ਮਹਾਰਾਜ हे ਸਤਿਗੁਰੂ ਜੀ ਆਪ ਕਿਰਪਾ ਕਰਕੇ ਅੰਗ ਸੰਗ ਸਹਾਈ ਹੋ ਕਰਕੇ ਸਾਡੀ ਰੱਖਿਆ ਕਰਨੀ। ਮਹਾਰਾਜ ਕਾਰਜਾਂ ਦੇ ਵਿੱਚ ਸਫਲਤਾ ਬਣਾਉਣੀ ਗਰੀਬ ਨਵਾਜ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕਰਦੇ ਹਨ। ਇਸ ਲਈ ਪਾਤਸ਼ਾਹ ਜੀ ਕਹਿੰਦੇ ਕਾਰਜ ਕਾਮ ਬਾਟ ਘਾਟ ਜਪੀਜੈ। ਬਾਟ ਰਸਤੇ ਤੇ ਚੱਲਦੇ ਐਵੇਂ ਚੱਲਣ ਤੋਂ ਪਹਿਲਾਂ ਵੀ ਪਰਮੇਸ਼ਰ ਦਾ ਜਾਪ ਕਰਨਾ ਚਾਹੀਦਾ ਹੈ। ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਕਰਨੀ ਚਾਹੀਦੀ ਹੈ। ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ। ਗੁਰਾਂ ਦੀ ਕਿਰਪਾ ਦੁਆਰਾ ਹੈ ਜੀਵ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀਣਾ ਕਰ। ਅੰਤਰਮੁਖੀ ਬਿਰਤੀ ਕਰਕੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਪੀ ਲੈਣਾ ਕਰ। ਦਿਨਸ ਰਹਿਣ ਹਰ ਕੀਰਤਨ ਗਾਈਐ। ਫਿਰ ਦਿਨੇ ਵੀ ਰਾਤ ਵੀ ਪ੍ਰਮਾਤਮਾ ਦਾ ਜਸ ਗਾਉਣਾ ਚਾਹੀਦਾ। ਹਰ ਸਮੇਂ ਪ੍ਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਨਾ ਚਾਹੀਦਾ। ਪ੍ਰਮਾਤਮਾ ਦਾ ਜਸ ਗਾਇਆ ਕਰ। ਸੋ ਜਨ ਜਮ ਕੀ ਬਾਤ ਨਾ ਪਾਈਐ। ਕਿਉਂਕਿ ਜੋ ਰਾਤ ਦਿਨੇ ਪ੍ਰਮਾਤਮਾ ਦਾ ਜਸ ਕਰਦਾ ਹੈ ਨਾ, ਉਹ ਵਾਹਿਗੁਰੂ ਦਾ ਪਿਆਰਾ ਜਨ ਜਮ ਕੀ ਵਾਟ ਨਾ ਪਾਈਐ। ਉਹਨੂੰ ਜਮਾਂ ਦੀ ਵਾਟ ਨਹੀਂ ਧਾਰਨ ਕਰਨੀ ਪੈਂਦੀ, ਜਮਾਂ ਦੇ ਰਸਤੇ ਨਹੀਂ ਚੱਲਣਾ ਪੈਂਦਾ। ਜੋ ਪਰਮੇਸ਼ਰ ਦਾ ਰਾਤ ਵੀ ਦਿਨੇ ਵੀ ਹਰ ਸਮੇਂ ਪ੍ਰਮਾਤਮਾ ਦਾ ਚਿੰਤਨ ਕਰਦਾ, ਹਰ ਸਮੇਂ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦਾ ਹੈ। ਆਠ ਪਹਿਰ ਜਿਸ ਬਿਸਰਹਿ ਨਾਹੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਸ ਵਡਭਾਗੇ ਪੁਰਖ ਨੂੰ ਅੱਠੇ ਪਹਿਰ ਪਰਮੇਸ਼ਰ ਦਾ ਨਾਮ ਵਿਸਰਦਾ ਨਹੀਂ ਹੈ। ਹਰ ਸਮੇਂ ਹਿਰਦੇ ਅੰਦਰ ਪ੍ਰਮਾਤਮਾ ਦੀ ਯਾਦ ਚੱਲਦੀ ਹੈ। ਹਿਰਦੇ ਕਰਕੇ ਹਰ ਸਮੇਂ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ। ਗਤ ਹੋਵੇ ਨਾਨਕ ਤਿਸ ਲਗ ਪਾਈ। ਹਜੂਰ ਕਹਿੰਦੇ ਹਨ ਐਸੇ ਬੰਦਗੀ ਕਰਨ ਵਾਲੇ ਗੁਰਮੁਖ ਦੇ ਚਰਨੀ ਲੱਗ ਜਾਈਏ ਨਾ ਤੇ ਸਤ ਸੰਗਤ ਜੀ ਉਹਦੀ ਮੁਕਤੀ ਹੋ ਜਾਂਦੀ ਹੈ। ਨਾਮ ਜਪਣ ਵਾਲਿਆਂ ਦੀ ਚਰਨੀ ਜੇ ਕਿਤੇ ਲੱਗ ਜਾਂਦਾ ਹੈ, ਤਿਨਾਂ ਦੀ ਸਤ ਸੰਗਤ ਵਿੱਚ ਜਾ ਕੇ ਮਿਲ ਜਾਂਦਾ ਹੈ। ਗਤ ਹੋਵੇ ਨਾਨਕ ਤਿਸ ਲਗ ਪਾਈ। ਉਹਨਾਂ ਦੀ ਸਤ ਸੰਗਤ ਵਿੱਚ ਜੁੜਨੇ ਕਰਕੇ ਜੀਵ ਮੁਕਤ ਹੋ ਜਾਂਦਾ ਹੈ। ਜੋ ਗੁਰਮੁਖ ਜਨ ਬੰਦਗੀ ਕਰਨ ਵਾਲੇ ਸਤਿਪੁਰਸ਼ ਹਰ ਸਮੇਂ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਰੱਖਦੇ ਹੈ, ਹਿਰਦੇ ਹੋ ਕੇ ਹਰ ਸਮੇਂ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਤਿਨਾਂ ਦੀ ਸਤ ਸੰਗਤ ਕਰਨੇ ਮਾਤਰ ਹੀ ਜੀਵ ਦਾ ਭਲਾ ਹੋ ਜਾਂਦਾ ਹੈ। ਤਿਨਾਂ ਦੀ ਸਤ ਸੰਗਤ ਵਿੱਚ ਜੁੜਨੇ ਕਰਕੇ ਜੀਵ ਮੁਕਤ ਹੋ ਜਾਂਦਾ ਹੈ। ਭਾਵੇਂ ਜ਼ਿੰਦਗੀ ਵਿੱਚ ਬਹੁਤੀ ਘਾਲਣਾ ਵੀ ਨਾ ਘਾਲੀ ਹੋਵੇ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ, ਤੇ ਜੇ ਬੰਦਗੀ ਵਾਲਿਆਂ ਦੀ ਸੰਗਤ ਕਰ ਲੈਂਦਾ ਮਹਾਰਾਜ ਕਹਿੰਦੇ ਫਿਰ ਵੀ ਉਹਦਾ ਭਲਾ ਹੋ ਜਾਂਦਾ ਹੈ। ਕਿਉਂਕਿ ਸਾਧਕੈ ਸੰਗ ਨਹੀਂ ਕਛ ਘਾਲ। ਮਹਾਰਾਜ ਕਹਿੰਦੇ ਬਹੁਤੀ ਘਾਲਣਾ ਨਹੀਂ ਘਾਲਣੀ ਪੈਂਦੀ ਜੇ ਸਾਧੂ ਜਨਾਂ ਦੀ ਸੰਗਤ ਕਰਦਾ। ਜੀਵਨ ਵਿੱਚ ਥੋੜੀ ਘਾਲਣ ਦੇ ਬਾਵਜੂਦ ਵੀ ਪ੍ਰਮਾਤਮਾ ਬਹੁਤਾ ਫਲ ਬਖਸ਼ਿਸ਼ ਕਰ ਦਿੰਦਾ ਹੈ। ਐਸੀ ਮਹਾਨ ਸਤ ਸੰਗਤ ਦੀ ਵਡਿਆਈ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ। ਆਠ ਪਹਿਰ ਜਿਸ ਵਿਸਰਹਿ ਨਾਹੀ। ਗਤ ਹੋਵੇ ਨਾਨਕ ਤਿਸ ਲਗ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।